हर हर किसी ने अपने अपने नानक नूं अपने अपने हिसाब नाल रखिया होया है। अपने दिल दे विच रखिया, किसी ने अपने दुकान दे विच रखिया। ते वो मैं चाहुंदा कि आम लोकां दा नानक जिहदे तो तुसीं शुरुआत कीती है इस किताब दी, ਉਹ ਤੁਹਾਡੇ ਲਈ ਕੀ ਹੈ? ਤੁਸੀਂ ਕਿਵੇਂ ਦੇਖਦੇ ਹੋ ਉਸ ਗੁਰੂ ਨਾਨਕ ਨੂੰ ਤੇ ਇਹ ਕਿਤਾਬ ਕਿਵੇਂ ਆਈ? ਗੱਲ ਇਹ ਹੈ ਵੀ ਮੈਂ ਸਮਝਦਾ ਕਿ ਮੇਰੀ ਜਨਰੇਸ਼ਨ ਜਿਹੜੀ ਹੈ ਉਹ ਟਰਸਟੀ ਹੁੰਦੀ ਹੈ। ਪੁਰਾਣੇ ਸਾਡੇ ਜਿਹੜਾ ਜੋ ਵੀ ਕਲਚਰ, ਸਿੱਖ ਕਲਚਰ ਹੈਰੀਟੇਜ ਬਹੁਤ ਰਿਚ ਹੈ, ਪਰ ਉਹ ਆਮ ਆਦਮੀ ਤੱਕ ਠੀਕ ਤਰੀਕੇ ਨਾਲ ਪਹੁੰਚਿਆ ਨਹੀਂ। ਤੇ ਮੇਰੀ ਇਹ ਸੋਚ ਹੈ ਕਿ ਗੁਰੂ ਨਾਨਕ ਸਿਰਫ ਇੱਕ ਰਿਲੀਜੀਅਸ ਟੀਚਰ ਨਹੀਂ ਸਨ, ਸੋਸ਼ਲ ਰਿਫਾਰਮਰ, ਤੇ ਨਾਲ ਉਹ ਇੱਕ ਸੋਸ਼ਲ ਲੀਡਰ ਸਨ। ਇੱਕ ਕਿਤਾਬ ਲਿਖੀ ਜਾਵੇ ਜਿਹੜੀ ਸਿੱਖ ਫੇਥ ਨੂੰ ਡਿਫਾਈਨ ਕਰਦੀ ਹੈ, ਇਹ ਆਈਡੀਆ ਕਿੱਥੋਂ ਆਇਆ? ਤੇ ਉਹਦੀ ਸੋਚ ਸੀ ਐਕਚੁਅਲੀ ਪਬਲਿਸ਼ਰ ਦੀ, ਤੇ ਉਹਨਾਂ ਕਿਹਾ ਜੀ ਤੁਸੀਂ ਲਿਖੋ। ਮੈਂ ਥੋੜਾ ਜਿਹਾ ਹਿਚਕਿਚਾ ਰਿਹਾ ਸਾਂ। ਗੌਡ ਸਿੱਖ ਤੇ ਗੁੱਡ ਸਿੱਖ 'ਚ ਫਰਕ ਹੁੰਦਾ। ਮੈਂ ਆਪਣੇ ਆਪ ਨੂੰ ਗੁੱਡ ਸਿੱਖ ਤਾਂ ਜ਼ਰੂਰ ਸਮਝਣਾ। ਗੁੱਡ ਸਿੱਖ ਉਹ ਹੈ ਜੋ ਗੁਰੂ ਨਾਨਕ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਦਾ ਹੋਵੇ। ਬੇਸਿਕ ਸਿੱਖੀਜ਼ਮ ਦੇ ਟੈਨੈਂਟਸ ਨੇ ਤਿੰਨ: ਕਿਰਤ ਕਰਨਾ, ਹਾਰਡ ਲੇਬਰ ਦੇ ਨਾਲ ਮਿਹਨਤ ਕਰਕੇ ਰੋਟੀ ਕਮਾਉਣੀ, ਵੰਡ ਛਕਣਾ, ਆਪਣੀ ਆਮਦਨ ਦਾ ਕੁਛ ਹਿੱਸਾ ਜਿਹੜਾ ਉਹ ਲੋਕਾਂ ਨਾਲ ਵੀ ਸ਼ੇਅਰ ਕਰੋ, ਤੇ ਤੀਜੀ ਗੱਲ ਨਾਮ ਜਪੋ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਸਿੰਘ ਪਾਪੀ ਲੈ ਕੇ ਹਾਜ਼ਰ ਹਾਂ ਡਾਕ। ਤੇ ਡਾਕ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਕਿਤਾਬ। ਇਹ ਕਿਤਾਬ ਕਿਉਂ ਜ਼ਰੂਰੀ ਹੈ ਤੇ ਇਸ ਕਿਤਾਬ ਦੇ ਵਿੱਚ ਕੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੱਸਦਾ, ਇਸ ਕਿਤਾਬ ਦਾ ਟਾਈਟਲ ਹੈ ਦ ਸਿੱਖ ਫੇਥ। ਸਿੱਖਾਂ ਦਾ ਵਿਸ਼ਵਾਸ ਕੀ ਹੈ, ਸਿੱਖ ਕੌਮ ਦਾ, ਸਿੱਖ ਪੰਥ ਦਾ ਵਿਸ਼ਵਾਸ ਕੀ ਹੈ, ਇਹਦੇ ਬਾਰੇ ਕਿਤਾਬ ਲਿਖੀ ਗਈ ਹੈ। ਬੜੀ ਖੂਬਸੂਰਤ ਕਿਤਾਬ ਹੈ ਤੇ ਕਰਨਲ ਦਲਜੀਤ ਸਿੰਘ ਚੀਮਾ ਜੀ ਨੇ ਲਿਖੀ ਹੈ। ਮੇਰੇ ਨਾਲ ਨੇ ਅੱਜ ਡਾਕ ਦੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ-ਬਹੁਤ ਸਵਾਗਤ ਹੈ ਸਰ। ਥੈਂਕ ਯੂ ਅਮਨਦੀਪ ਜੀ। ਸਰ ਪਹਿਲਾਂ ਤਾਂ ਬਹੁਤ ਧੰਨਵਾਦ ਇੰਨੀ ਖੂਬਸੂਰਤ ਕਿਤਾਬ ਲੈ ਕੇ ਆਉਣ ਲਈ। ਤੇ ਮੈਂ ਮੰਨਦਾ ਕਿ ਸਿੱਖ ਫੇਥ ਨੂੰ ਆਮ ਸ਼ਬਦਾਂ ਦੇ ਵਿੱਚ, ਆਮ ਭਾਸ਼ਾ ਦੇ ਵਿੱਚ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਪੂਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ। ਹਾਲਾਂਕਿ ਕਨਫਲਿਕਟ ਇਹ ਚੱਲ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਹੀ ਆਪਣੇ ਫੇਥ 'ਤੇ ਭਰੋਸਾ ਨਹੀਂ ਰਿਹਾ, ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਈਆਂ ਨੂੰ ਕਿ ਇਹ ਸਾਡਾ ਫੇਥ ਹੈ ਕੀ, ਅਸੀਂ ਕਿੱਥੇ ਹੈਗੇ ਹਾਂ। ਉਹ ਗੁਰੂ ਨਾਨਕ ਜਿਨ੍ਹਾਂ ਨੇ ਇਸ ਫੇਥ ਨੂੰ ਸ਼ੁਰੂ ਕੀਤਾ ਸੀ, ਉਹ ਨਾਨਕ ਕਿਹੜੇ ਸੀ ਤੇ ਅੱਜ ਨਾਨਕ ਕਿਹੜੇ ਆ? ਤੇ ਹਰ ਕਿਸੇ ਨੇ ਆਪਣੇ ਆਪਣੇ ਨਾਨਕ ਨੂੰ ਆਪਣੇ ਆਪਣੇ ਹਿਸਾਬ ਨਾਲ ਰੱਖਿਆ ਹੋਇਆ ਹੈ। ਆਪਣੇ ਦਿਲ ਦੇ ਵਿੱਚ ਰੱਖਿਆ, ਕਿਸੇ ਨੇ ਆਪਣੇ ਦੁਕਾਨ ਦੇ ਵਿੱਚ ਰੱਖਿਆ। ਤੇ ਉਹ ਮੈਂ ਚਾਹੁੰਦਾ ਕਿ ਆਮ ਲੋਕਾਂ ਦਾ ਨਾਨਕ ਜਿਹਦੇ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਇਸ ਕਿਤਾਬ ਦੀ, ਉਹ ਤੁਹਾਡੇ ਲਈ ਕੀ ਹੈ ਕਿ ਉਹ ਗੁਰੂ ਨਾਨਕ ਕਿਵੇਂ, ਤੁਸੀਂ ਕਿਵੇਂ ਦੇਖਦੇ ਹੋ ਉਸ ਗੁਰੂ ਨਾਨਕ ਨੂੰ ਤੇ ਇਹ ਕਿਤਾਬ ਕਿਵੇਂ ਆਈ? ਅਮਨਦੀਪ ਜੀ, ਪਹਿਲਾਂ ਤਾਂ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਔਰ ਗੱਲ ਇਹ ਹੈ ਵੀ ਮੈਂ ਸਮਝਦਾ ਕਿ ਮੇਰੀ ਜਨਰੇਸ਼ਨ ਜਿਹੜੀ ਹੈ, ਜਾਂ ਹਰ ਜਨਰੇਸ਼ਨ, ਉਹ ਟਰਸਟੀ ਹੁੰਦੀ ਹੈ। ਪੁਰਾਣੇ ਸਾਡੇ ਜਿਹੜਾ ਜੋ ਵੀ ਕਲਚਰ ਔਰ ਹੈਰੀਟੇਜ ਜੋ ਕੁਛ ਹੈ, ਸਿੱਖ ਕਲਚਰ ਹੈਰੀਟੇਜ ਬਹੁਤ ਰਿਚ ਹੈ, ਬਹੁਤ ਕੁਛ ਹੈ। ਐਕਚੁਅਲੀ ਲੋਕੀ ਕਹਿੰਦੇ ਹੁੰਦੇ ਨੇ ਵੀ ਸਿੱਖਸ ਮੇਕ ਹਿਸਟਰੀ ਬਟ ਦੇ ਡੋਂਟ ਰਿਕਾਰਡ ਹਿਸਟਰੀ। ਸਾਡੀ ਹਿਸਟਰੀ ਜਿਹੜੀ ਹੈ ਨਾ, ਇੰਨੀ ਕਮਾਲ ਦੀ ਹੈ, ਜੇ ਤੁਸੀਂ ਦੇਖੋ ਪਿੱਛੇ ਤੇ ਲੱਗਦਾ ਵੀ ਕਿਆ ਕਮਾਲ ਹੈ, ਵੀ ਆ ਪ੍ਰਾਊਡ ਗਲੋਰੀਅਸ ਕਾਈਂਡ ਆਫ ਹੈਰੀਟੇਜ, ਪਰ ਉਹ ਆਮ ਆਦਮੀ ਤੱਕ ਠੀਕ ਤਰੀਕੇ ਨਾਲ ਪਹੁੰਚਿਆ ਨਹੀਂ। ਮੈਂ ਅਜੇ ਵੀ ਫੀਲ ਕਰਨਾ ਕਿ ਜਿਸ ਤਰ੍ਹਾਂ ਨਾਲ ਸਿੱਖ ਧਰਮ ਨੂੰ ਤੇ ਗੁਰੂ ਨਾਨਕ ਸਾਹਿਬ ਨੂੰ ਠੀਕ ਇੰਟਰਪ੍ਰੇਟ ਕਰਨਾ ਚਾਹੀਦਾ ਸੀ, ਉਹ ਸ਼ਾਇਦ ਹੋ ਨਹੀਂ ਪਾਇਆ। ਕਾਰਨ ਉਹਦੇ ਕਈ ਹੋ ਸਕਦੇ ਨੇ, ਪਰ ਉਹ ਉਸ ਤਰ੍ਹਾਂ ਹੋਇਆ ਨਹੀਂ। ਦੇਖੋ, ਮੈਂ ਸਮਝਦਾ ਕਿ ਮੇਰੀ ਪੀੜ੍ਹੀ ਜਿਹੜੀ ਹੈ, ਮੈਂ ਇੱਕ ਟਰਸਟੀ ਹਾਂ। ਜੋ ਕੁਛ ਮੈਂ ਜਾਣਨਾ ਸਿੱਖ ਧਰਮ ਬਾਰੇ ਉਹਦਾ, ਤੇ ਮੇਰੀ ਇਹ ਰਿਸਪੌਂਸਿਬਿਲਿਟੀ ਹੈ ਜਾਂ ਫਰਜ਼ ਹੈ ਜੀ ਕਿ ਮੈਂ ਅਗਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਇਹਦਾ ਕਸਟੋਡੀਅਨ ਬਣਾਵਾਂ, ਤਾਂ ਕਿ ਉਹ ਫੇਰ ਅੱਗੋਂ ਆਪਣੀ ਪੀੜ੍ਹੀ ਨੂੰ ਦੇ ਸਕਣ ਕੁਛ। ਬਿਲਕੁਲ। ਤੇ ਮੇਰੀ ਇਹ ਸੋਚ ਹੈ ਕਿ ਗੁਰੂ ਨਾਨਕ ਸਿਰਫ ਇੱਕ ਰਿਲੀਜੀਅਸ ਟੀਚਰ ਨਹੀਂ ਸਨ, ਉਹ ਬਹੁਤ ਵੱਡੇ ਰਿਫਾਰਮਰ, ਸੋਸ਼ਲ ਰਿਫਾਰਮਰ, ਤੇ ਨਾਲ ਉਹ ਇੱਕ ਸੋਸ਼ਲ ਲੀਡਰ ਸਨ। ਉਹਨਾਂ ਨੂੰ ਸਮਝਣ ਦੀ ਲੋੜ ਹੈ, ਔਰ ਉਹ ਗੁਰੂ ਸਨ ਪਿਆਰ ਦੇ, ਮੁਹੱਬਤ ਦੇ, ਕੰਪੈਸ਼ਨ ਦੇ, ਹਰ ਇੱਕ ਦੇ ਨਾਲ ਪਿਆਰ ਕਰਨਾ ਔਰ ਲੋਕਾਂ ਨੂੰ ਬਣਾਉਣਾ ਇੰਸਟਰੂਮੈਂਟਸ ਆਫ ਪੀਸ, ਤਾਂ ਕਿ ਸ਼ਾਂਤੀ ਸੁੱਖ ਦੇ ਨਾਲ ਔਰ ਜੀਵਨ ਜੀਣ ਦਾ ਵਧੀਆ ਤਰੀਕਾ। ਬਿਲਕੁਲ। ਉਹਨਾਂ ਨੇ ਸਿੰਪਲ ਸ਼ਬਦਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ, ਇਹ ਮੈਸੇਜ ਪੂਰੀ ਦੁਨੀਆ ਦੇ ਵਿੱਚ ਫੈਲਾਇਆ। ਤੇ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਦੋਂ 1469 ਵਿੱਚ ਆਏ ਗੁਰੂ ਨਾਨਕ ਸਾਹਿਬ, ਉਦੋਂ ਜਿਹੜੇ ਸੋਸ਼ਲ ਤੇ ਪੋਲੀਟੀਕਲ ਹਾਲਾਤ ਸਨ, ਉਹ ਉਸੇ ਤਰ੍ਹਾਂ ਦੇ ਸਨ ਜਿਹੜੇ ਅੱਜ ਨੇ।
ਉਦੋਂ ਵੀ ਕਰਪਸ਼ਨ ਸੀ, ਉਦੋਂ ਵੀ ਜਿਹੜਾ ਜ਼ੁਲਮ ਹੁੰਦਾ ਸੀ ਮਾੜੇ ਆਦਮੀ ਦੇ ਉੱਤੇ, ਉਦੋਂ ਵੀ ਜਾਤ ਪਾਤ ਦੇ ਵਿੱਚ ਫਰਕ ਬਹੁਤ ਸਨ ਔਰ ਬਹੁਤ ਤਰ੍ਹਾਂ ਦੀਆਂ ਕੁਰੀਤੀਆਂ ਸਨ ਸੁਸਾਇਟੀ ਦੇ ਵਿੱਚ। ਅੱਜ ਐਗਜ਼ੈਕਟਲੀ ਉਹੀ ਹਾਲਾਤ ਹੈ। ਇਸ ਬਿਲਕੁਲ। ਕਰਕੇ ਮੈਂ ਸਮਝਣਾ ਵੀ ਸ਼ਾਇਦ ਗੁਰੂ ਨਾਨਕ ਦੇ ਮੈਸੇਜ ਨੂੰ ਆਮ ਆਦਮੀ ਤੱਕ ਪਹੁੰਚਾਉਣਾ ਪੂਰੀ ਦੁਨੀਆ ਵਿੱਚ, ਐਂਡ ਖਾਸ ਕਰਕੇ ਯੰਗਸਟਰ, ਛੋਟੇ ਬੱਚੇ ਬਿਲਕੁਲ। ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ, ਇਹ ਪਹੁੰਚਾਉਣਾ ਮੇਰਾ ਖਿਆਲ ਹੈ ਹਰ ਇੱਕ ਕੇਪੇਬਲ ਸਿੱਖ ਜਿਹਨੂੰ ਪਤਾ ਹੈ, ਜਿਹੜਾ ਕੁਝ ਜਾਣਦਾ ਹੈ, ਉਹਦਾ ਇਹ ਫਰਜ਼ ਵੀ ਬਣਦਾ ਹੈ। ਤੇ ਨਾਲੇ ਇਹਦੇ ਨਾਲ ਰਿਲੇਟਡ ਗੱਲ ਇਹ ਵੀ ਹੈ ਕਿ ਮੈਂ ਕੋਟ ਕਰਨਾ ਹੁੰਨਾ, ਲਾਰਡ ਕ੍ਰਿਸ਼ਨਾ ਨੇ ਕਿਹਾ ਸੀ, the most precious gift that a man can give to others is to share knowledge, skill, wisdom and compassion with others at the time of need. ਹੁਣ ਟਾਈਮ ਆਫ ਨੀਡ ਹੈ ਸੁਸਾਇਟੀ ਦੀ। ਇਸ ਵੇਲੇ ਜੇ ਤੁਸੀਂ ਕੰਪੈਸ਼ਨ ਦੀ, ਪਿਆਰ ਦੀ, ਮੁਹੱਬਤ ਦੀ ਗੱਲ ਨਹੀਂ ਕਰੋਗੇ ਤੇ ਯੂ ਆਰ ਫੇਲਿੰਗ ਇਨ ਯੂਰ ਡਿਊਟੀ। ਇਹ ਮੇਰੀ ਬਿਲਕੁਲ। ਚੀਮਾ ਸਾਹਿਬ, ਜਦੋਂ ਤੁਸੀਂ ਇਹ ਕਿਤਾਬ ਸ਼ੁਰੂ ਕੀਤੀ, ਕਿ ਸੋਚਣਾ ਸ਼ੁਰੂ ਕੀਤੀ, ਤੇ ਆਈਡੀਆ ਕਿਵੇਂ ਆਇਆ ਕਿ ਮੈਂ ਸਿੱਖ ਫੇਥ ਬਾਰੇ, ਕਿਉਂਕਿ ਬਹੁਤ ਕਿਤਾਬਾਂ, ਬਹੁਤ ਗ੍ਰੰਥ ਲਿਖੇ ਗਏ ਆ, ਗੁਰੂ ਗ੍ਰੰਥ ਸਾਹਿਬ ਜੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੀਆਂ ਟਰਾਂਸਲੇਸ਼ਨਸ ਵੀ ਕਈ ਭਾਸ਼ਾਵਾਂ ਦੇ ਵਿੱਚ ਹੈ, ਤੇ ਤੁਹਾਨੂੰ ਕਿਵੇਂ ਲੱਗਿਆ ਕਿ ਇੱਕ ਆਸਾਨ ਭਾਸ਼ਾ ਦੇ ਵਿੱਚ ਇੱਕ ਕਿਤਾਬ ਲਿਖੀ ਜਾਵੇ ਜਿਹੜੀ ਸਿੱਖ ਫੇਥ ਨੂੰ ਡਿਫਾਈਨ ਕਰਦੀ ਹੈ? ਇਹ ਆਈਡੀਆ ਕਿੱਥੋਂ ਆਇਆ? ਦੇਖੋ ਜੀ, ਮੈਨੂੰ ਮੇਰੇ ਪਬਲਿਸ਼ਰ ਨੇ ਜਦੋਂ ਅਪਰੋਚ ਕੀਤਾ, ਇਹ ਉਹਦੀ ਸੋਚ ਸੀ ਐਕਚੁਅਲੀ ਪਬਲਿਸ਼ਰ ਦੀ। ਉਹ ਮੇਰੇ ਕੋਲ ਆਏ ਤੇ ਉਹਨਾਂ ਕਿਹਾ ਜੀ ਤੁਸੀਂ ਲਿਖੋ। ਮੈਂ ਥੋੜ੍ਹਾ ਜਿਹਾ ਹਿਚਕਚਾ ਰਿਹਾ ਸਾਂ, ਕਿਉਂ ਮੈਂ ਆਈ ਐਮ ਨਾਟ ਏ ਡਿਵਾਊਟ ਸਿੱਖ। ਡਿਵਾਊਟ ਸਿੱਖ ਤੇ ਗੁੱਡ ਸਿੱਖ 'ਚ ਫਰਕ ਹੁੰਦਾ। ਮੈਂ ਆਪਣੇ ਆਪ ਨੂੰ ਗੁੱਡ ਸਿੱਖ ਤਾਂ ਜ਼ਰੂਰ ਸਮਝਣਾ। ਗੁੱਡ ਸਿੱਖ ਉਹ ਹੈ ਜੋ ਗੁਰੂ ਨਾਨਕ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਦਾ ਹੋਏ ਜੀ। ਜੋ ਬੇਸਿਕ ਟੈਨੈਂਟਸ ਜਿਹੜੇ ਨਾ ਸਿੱਖੀਜ਼ਮ ਦੇ, ਬੇਸਿਕ ਸਿੱਖੀਜ਼ਮ ਦੇ ਟੈਨੈਂਟਸ ਨੇ 3। ਸਾਰਿਆਂ ਨਾਲੋਂ ਪਹਿਲਾਂ ਕਿਰਤ ਕਰਨਾ, ਲੈਜੀਟੀਮੇਟ ਹਾਰਡ ਲੇਬਰ ਦੇ ਨਾਲ ਮਿਹਨਤ ਕਰਕੇ ਰੋਟੀ ਕਮਾਉਣੀ। ਹਾਂਜੀ, ਇਹ ਸਾਰਿਆਂ ਨਾਲੋਂ ਮੁੱਖ ਗੱਲ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਦੱਸੀ। ਉਹਦੇ ਬਾਅਦ ਉਹਨਾਂ ਨੇ ਗੱਲ ਕੀਤੀ ਵੰਡ ਛਕਣਾ ਜੀ, ਵੀ ਇਫ ਦੀ ਨੀਡਸ ਆਫ ਅਦਰਸ ਇਜ਼ ਮੋਰ ਦੈਨ ਯੂਅਰਸ, ਫਿਰ ਆਪਣੀ ਆਮਦਨ ਦਾ ਕੁਛ ਹਿੱਸਾ ਜਿਹੜਾ ਉਹ ਲੋਕਾਂ ਨਾਲ ਵੀ ਸ਼ੇਅਰ ਕਰੋ। ਬਿਲਕੁਲ। ਤੇ ਤੀਜੀ ਗੱਲ, ਨਾਮ ਜਪੋ। ਇਹਦੇ 'ਚ ਵੀ ਕੋਈ ਉਹ ਨਹੀਂ, ਵਰਕ ਇਜ਼ ਵਰਸ਼ਿਪ ਸਾਰੀ ਦੁਨੀਆ ਜਾਣਦੀ ਹੈ। ਇਹ ਜੇ 3 ਬੇਸਿਕ ਚੀਜ਼ਾਂ ਜਿਹੜਾ ਵਿਸ਼ਵਾਸ ਕਰਦਾ ਉਹਦੇ 'ਤੇ, ਉਹ ਇੱਕ ਮੈਂ ਸਮਝਣਾ ਅੱਛਾ ਸਿੱਖ ਹੈ। ਡਿਵਾਊਟ ਸਿੱਖ ਦੇ ਆਪਣੇ ਉਹਨਾਂ ਦੀ ਸੋਚ ਹੈ ਜਾਂ ਸਿੰਬਲਸ ਨੇ, ਉਹਨਾਂ ਨੂੰ ਹੀ ਕਰਨਾ ਚਾਹੀਦਾ, ਬੜੀ ਅੱਛੀ ਗੱਲ ਹੈ, ਮੈਂ ਉਹਨੂੰ ਸਪੋਰਟ ਕਰਨਾ। ਪਰ ਜਦੋਂ ਉਹਨੇ ਮੈਨੂੰ ਪੁੱਛਿਆ ਤੇ ਮੈਂ ਕਿਹਾ ਜੀ ਮੈਂ ਡਿਵਾਊਟ ਸਿੱਖ ਨਹੀਂ। ਉਹ ਬੰਦਾ ਇਹ ਹੋਰ ਵੀ ਜ਼ਿਆਦਾ ਇੰਪੋਰਟੈਂਟ ਰੀਜ਼ਨ ਹੈ ਕਿ ਤੁਸੀਂ ਯੂ ਹੈਵ ਸੋ ਮਚ ਆਫ ਫੇਥ ਇਨ ਦਿਸ ਰਿਲੀਜਨ। ਭਾਵੇਂ ਤੁਸੀਂ ਲੋਕੀ ਤੁਹਾਨੂੰ ਡਿਵੋਟ ਸਿੱਖ ਨਾ ਸਮਝਣ ਜੀ, ਤੁਹਾਡੇ ਸਿੰਬਲ ਜਿਹੜੇ ਨੇ ਪੂਰੇ ਨਾ ਹੋਣ ਕਰਕੇ ਸਿੱਖੀਜ਼ਮ ਦੇ, ਤੇ ਮੈਂ ਇਹ ਚੈਲੰਜ ਕਰਿਆ। ਮੇਰੇ ਵਾਸਤੇ ਅਮਨਦੀਪ ਜੀ ਇਹ ਇੱਕ ਸਿਮਰਨ ਸੀ, ਇੱਕ ਸਮਝ ਲਓ ਵੀ ਜਿਹੜਾ ਮੈਂ ਕਰਦਿਆਂ ਰਹਿ ਰਿਹਾ ਇਹਦੇ ਉੱਤੇ ਸਾਲ, 1.5 ਸਾਲ, 2 ਸਾਲ ਜਿਹੜਾ ਮੈਂ ਕੰਮ ਕੀਤਾ ਹੈ, ਇਹ ਮੇਰੇ ਵਾਸਤੇ ਇੱਕ ਕਿਸਮ ਦੀ ਸਿਮਰਨ। ਤੇ ਮੈਂ ਇਸ ਕਰਕੇ ਇਸ ਕੰਮ ਨੂੰ ਹੱਥ ਵਿੱਚ ਲਿਆ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਕਿਤਾਬ ਲੋਕਾਂ ਦੇ ਹੱਥ ਵਿੱਚ ਆਈ ਹੈ ਤੇ ਉਹਨਾਂ ਨੇ ਇਸ ਆਈਡੀਏ ਨੂੰ, ਇਸ ਕਨਸੈਪਟ ਨੂੰ ਬੜਾ ਐਪਰੀਸ਼ੀਏਟ ਕੀਤਾ ਕਿ ਬੇਸਿਕ ਚੀਜ਼ ਹੈ। ਇਹ ਸਿਰਫ ਛੋਟੀ ਜਿਹੀ ਕਿਤਾਬ ਹੈ, 130 ਪੇਜ ਦੀ। ਇਹਦੇ 'ਚ ਮੈਂ ਉਹ ਸਾਰੀਆਂ ਚੀਜ਼ਾਂ ਜਿਹਨੂੰ ਸਿੱਖੀਜ਼ਮ ਬਾਰੇ ਕੁਛ ਨਹੀਂ ਪਤਾ, ਜੇ ਉਹ ਜਾਣਨਾ ਚਾਹੁੰਦਾ ਹੈ ਸ਼ੁਰੂ ਦੇ ਵਿੱਚ, ਜੇ ਬਿਲਕੁਲ ਇਨੀਸ਼ੀਏਟ ਕਰਨਾ ਕਿਸੇ ਨੂੰ ਤੁਸੀਂ, ਤੇ ਉਹ ਇਹਦੇ ਵਿੱਚੋਂ ਲੱਭ ਲਏਗਾ ਰਸਤਾ ਵੀ ਕੀ ਹੈ। ਇੱਕ ਐਂਡ ਦੇ ਵਿੱਚ ਮੈਂ ਗਲੋਸਰੀ ਬਣਾਈ ਹੈ, ਜਿਹਦੇ ਵਿੱਚ 150 ਇਹੋ ਜਿਹੇ ਐਕਸਪ੍ਰੈਸ਼ਨ ਨੇ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਨੇ ਜੀ। ਜੇ ਕਿਸੇ ਚੀਜ਼ ਬਾਰੇ ਵੀ ਤੁਸੀਂ ਜਾਣਨਾ ਚਾਹੋ, ਚੌਰ ਸਾਹਿਬ ਬਾਰੇ ਜਾਣਨਾ ਚਾਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਵੇਂ ਰੱਖਿਆ ਜਾਂਦਾ ਹੈ, ਉਹਨਾਂ ਦੀ ਸਵਾਰੀ ਕਿਵੇਂ ਜਾਂਦੀ ਹੈ, ਉਹਦੇ ਬਾਰੇ ਕੁਝ ਜਾਣਨਾ ਚਾਹੋ, ਜਾਂ ਨਿਸ਼ਾਨ ਸਾਹਿਬ ਬਾਰੇ ਜਾਣਨਾ ਚਾਹੋ, ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਵੀ ਅੱਜ ਦੀ ਜਨਰੇਸ਼ਨ ਦੇ ਬੱਚੇ ਜਿਹੜੇ ਉਹਨਾਂ ਨੂੰ ਨਹੀਂ ਪਤਾ ਜੀ। ਤੇ ਇਸ ਕਰਕੇ ਇੱਕ ਮੈਂ ਗਲੋਸਰੀ ਵੀ ਬਣਾਈ ਹੈ ਜਿਹਦੇ 'ਚੋਂ ਬੜੀ ਇਨਫੋਰਮੇਸ਼ਨ ਮਿਲ ਸਕਦੀ ਹੈ। ਬਿਲਕੁਲ। ਅਸੀਂ ਜਦੋਂ ਗੱਲ ਕਰਦੇ ਹਾਂ ਕਿਸੇ ਵੀ ਪੰਥ ਦੇ ਸ਼ੁਰੂਆਤ ਦੀ, ਸ਼ੁਰੂਆਤ 'ਚ ਪੰਥ ਸ਼ੁਰੂ ਹੁੰਦਾ ਜਦੋਂ, ਤਾਂ ਉਹਦੇ ਸਾਇੰਟੀਫਿਕ ਰੀਜ਼ਨਸ ਹੁੰਦੇ ਆ। ਉਸ ਤੋਂ ਬਾਅਦ ਉਹ ਬਣ ਜਾਂਦਾ ਹੈ ਇੱਕ ਤਰੀਕਾ, ਇੱਕ ਉਹੀ ਪੱਕਾ ਤਰੀਕਾ ਬਣ ਜਾਂਦਾ ਕਿ ਜੀ ਇਹ ਪੱਕਾ ਤਰੀਕਾ ਇਹੀ ਆ, ਔਰ ਬਿਨਾਂ ਕੋਈ ਕਾਰਨ ਪੁੱਛੇ ਤੁਸੀਂ ਇਹਨੂੰ ਫੋਲੋ ਕਰਦੇ ਜਾਓ। ਤੇ ਉਹਦੇ ਸਾਇੰਟੀਫਿਕ ਰੀਜ਼ਨਸ ਕੁਛ ਮਿਲਣਗੇ ਇਹਦੇ ਵਿੱਚ ਸਿੱਖ ਪੰਥ ਦੇ, ਕਿਉਂਕਿ ਸਭ ਤੋਂ ਨਵਾਂ ਧਰਮ, ਨਵਾਂ ਪੰਥ ਮੰਨਿਆ ਜਾਂਦਾ। ਬਿਲਕੁਲ, ਇਹ ਮੋਸਟ ਮਾਡਰਨ ਰਿਲੀਜਨ ਜਿਹਦੇ 'ਚ ਸਭ ਧਰਮਾਂ ਦੀਆਂ ਅੱਛਾਈਆਂ ਇਹਦੇ ਵਿੱਚ ਗੁਰੂ ਮਹਾਰਾਜ ਨੇ 1500 ਜਦੋਂ ਕ੍ਰੀਏਟ ਕੀਤਾ ਉਹਨਾਂ ਨੇ ਪਾਈਆਂ, ਗੁਰੂ ਨਾਨਕ ਸਾਹਿਬ ਨੇ।
ਦੇਖੋ ਗੱਲ ਇਹ ਹੈ ਵੀ ਜਦੋਂ ਇਹ ਧਰਮ ਸ਼ੁਰੂ ਕੀਤਾ ਗਿਆ ਉਦੋਂ ਦੀ ਆਈਡੀਆ ਵਾਸ ਗੁਰੂ ਨਾਨਕ ਸਾਹਿਬ ਇੱਕ ਬ੍ਰਿਜ ਬਣਾਉਣਾ ਚਾਹੁੰਦੇ ਸਨ ਬਿਟਵੀਨ ਇਸਲਾਮ ਐਂਡ ਹਿੰਦੂ ਰਿਲੀਜਨ। ਜੀ ਉਹ ਬ੍ਰਿਜ ਜਿਹੜਾ ਨਾ ਫਿਰ ਇੱਕ ਵੇ ਆਫ ਲਾਈਫ ਬਣ ਗਿਆ ਆਮ ਆਦਮੀ ਵਾਸਤੇ। ਉਹਦੇ ਵਿੱਚੋਂ ਸਿੱਖ ਧਰਮ ਜਿਹੜਾ ਨਾ ਆਪਣੇ ਆਪ ਨਿਕਲ ਆਇਆ। ਠੀਕ ਹੈ, ਹੁੰਦਾ ਇਹ ਹੈ ਵੀ ਗੁਰੂ ਨਾਨਕ ਸਾਹਿਬ ਬਿਕਾਜ਼ ਹੀ ਵਾਸ ਦੀ ਫਾਊਂਡਰ, ਉਹਨਾਂ ਨੇ ਜੋ ਕੁਝ ਕੀਤਾ ਜਿਵੇਂ ਕੀਤਾ ਉਹ ਇੰਨੀ ਇੰਪੋਰਟੈਂਸ ਉਹਦੀ ਹੋ ਗਈ। ਔਰ ਬਾਕੀ ਜਿਹੜੇ 9 ਜਿਵੇਂ ਤੁਸੀਂ ਕਿਹਾ ਗੁਰੂ ਮਹਾਰਾਜ ਜਿਹੜੇ ਸਨ ਉਹਨਾਂ ਨੂੰ ਮੈਂ ਵੀ 9 ਨਾਨਕਸ ਦੇ ਨਾਂ ਨਾਲ ਹੀ ਯਾਦ ਕੀਤਾ ਇੱਥੇ। ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਹੈ ਆਪਣੇ ਖਾਸ ਕਰਕੇ ਗੁਰੂ ਅਰਜਨ ਦੇਵ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਕੰਟਰੀਬਿਊਸ਼ਨ ਹੈ ਗੁਰੂਆਂ ਦੀ। ਪਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੰਟਰੀਬਿਊਸ਼ਨ ਸੀ ਨਾ ਉਹ ਇਸ ਕਰਕੇ ਸੀ ਕਿ ਇੱਕ ਤਾਂ ਹੀ ਵਾਸ ਏ ਮੈਨ ਆਫ ਐਕਸੈਪਸ਼ਨਲ ਸੈਂਸਿਬਿਲਿਟੀਜ਼ ਔਰ ਇੰਨੇ ਮਹਾਨ ਪੋਇਟ ਸਨ, ਇੰਨੇ ਮਹਾਨ ਕਵੀ ਸਨ ਕਿ ਉਹਨਾਂ ਦੀਆਂ ਜੋ ਕੁਝ ਲਿਖਿਆ ਉਹਨਾਂ ਨੇ, ਤੁਸੀਂ ਚਾਹੇ ਉਹ ਜਪਜੀ ਸਾਹਿਬ ਹੋਏ ਜਾਂ ਉਹਨਾਂ ਦੀ ਆਰਤੀ ਦੀ ਗੱਲ ਕਰੋ ਜਿਹੜੀ ਉਹਨਾਂ ਜਗਨਨਾਥਪੁਰੀ ਦੇ ਵਿੱਚ ਇੱਕ ਉਚਾਰੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹਨਾਂ ਨੂੰ ਇੱਕ ਅਲੱਗ ਕਿਸਮ ਦਾ ਇਨਸਾਨ ਬਣਾਉਂਦੇ ਸਨ। ਆਊਟਸਟੈਂਡਿੰਗ, ਹੀ ਹੈਡ ਏ ਯੂਨੀਕ ਪਰਸਨੈਲਿਟੀ। ਉਹਨਾਂ ਦੀ ਪਰਸਨੈਲਿਟੀ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਸੀ ਉਹ ਸੀ ਕਿ ਹੀ ਵਾਸ ਏ ਮੈਨ ਆਫ ਸਾਇੰਟੀਫਿਕ ਐਟੀਟਿਊਡ। केते इंद चंद केते इंद चंद सूर केते, है ना। और फिर कहना पताला पताल लख आगासा आगास, फिर उदों कहना कि को करोड़ी चलत अंत ना अंत, भई एक करोड़ा मील चलते ने, आकाश लखा ने, पताला लखे ने, इंद चंद सूर जिहड़े ने पता नहीं किन्ने ने, है ना। ये सारिया चीज़ां उदों कीतियां गुरु नानक साहब ने जदों आम धारणा ये सी कि धरती जिहड़ी है वो बैल दे एक ਉਹਦੇ ਉੱਤੇ ਖੜੀ ਹੋਈ, ਸਿੰਘ ਤੇ ਖੜੀ ਹੋਈ ਹੈ। ਜਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ, ਜਦੋਂ ਗ੍ਰਹਿਣ ਨੂੰ ਮਾੜਾ ਸਮਝਿਆ ਜਾਂਦਾ ਸੀ ਤੇ ਪੰਡਤ ਤੇ ਦੂਜੇ ਜਿਹੜੇ ਨਾ ਉਹ ਇਹਦਾ ਫਾਇਦਾ ਉਠਾ ਕੇ ਆਪਣਾ ਪਰਸਨਲ ਬੈਨੀਫਿਟ ਲੱਭਦੇ ਸਨ ਇਹਦੇ ਚੋਂ, ਇਹੋ ਜਿਹੀਆਂ ਰੀਤੀ ਰਿਵਾਜ। ਉਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ ਭਈ ਇਹ ਤੇ ਨੇਚਰ ਦਾ ਇੱਕ ਹਿੱਸਾ ਹੈ, ਨੇਚਰ ਇਸ ਤਰ੍ਹਾਂ ਚੱਲਦੀ ਹੈ ਔਰ ਇਹ ਗੱਲ ਹੈ। ਠੀਕ ਹੈ, ਸੋ ਉਹਨਾਂ ਨੇ ਜਿਹੜੇ ਸਪੈਸ਼ਲ ਮੈਥਡ ਯੂਜ਼ ਕੀਤੇ ਟੂ ਸਪਰੈਡ ਹਿਜ਼ ਮੈਸੇਜ, ਉਹ ਪਿਆਰ ਨਾਲ ਵੀ ਕੀਤਾ, ਹਿਊਮਰ ਨਾਲ ਕੀਤਾ, ਸਰਕੈਜ਼ਮ ਵੀ ਥੋੜਾ ਜਿਹਾ, ਔਰ ਅਗਲੇ ਨੂੰ ਜੇ ਲੋੜ ਪਈ ਤਾਂ ਐਡਮਾਨਿਸ਼ ਵੀ ਕੀਤਾ, ਗੁੱਸਾ ਵੀ ਕਰਕੇ ਉਹਨਾਂ ਨੇ। ਪਰ ਉਹਨਾਂ ਨੇ ਅਲੱਗ-ਅਲੱਗ ਤਰੀਕੇ ਨਾਲ ਹਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਮੈਸੇਜ ਜਿਹੜਾ ਉੱਥੋਂ ਤੱਕ ਪਹੁੰਚਿਆ। ਇੱਕ ਉਹਨਾਂ ਦਾ ਕਮਿਊਨੀਕੇਸ਼ਨ ਕਿੰਨਾ ਸਟਰੋਂਗ ਹੋਊਗਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਮੱਕੇ ਵੀ ਜਾਂਦੇ ਆ ਤੇ ਉੱਥੇ ਜਾ ਕੇ ਵੀ ਉਹ ਗੱਲ ਕਰਦੇ ਆ ਤੇ ਉਹੀ ਨਾਨਕ ਪੰਡਤਾਂ ਦੇ ਕੋਲ ਵੀ ਜਾਂਦੇ ਆ, ਉਹੀ ਨਾਨਕ ਕਹਿੰਦੇ ਆ ਕਿ ਜੀ ਮੈਂ ਆਪਣੇ ਖੇਤਾਂ ਨੂੰ ਪਾਣੀ ਦੇਣਾ, ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਜਿਸ ਤਰੀਕੇ ਨਾਲ ਤੁਸੀਂ ਆਪਣੇ ਪੁਰਖਿਆਂ ਨੂੰ ਪਾਣੀ ਦੇ ਰਹੇ ਹੋ। ਤੇ ਉਹ ਮੈਸੇਜ ਦੇਣ ਦਾ ਉਹ ਤਰੀਕਾ ਤੇ ਉਸ ਵੇਲੇ ਦੇ ਲੋਕਾਂ ਦੇ ਵਿੱਚ ਉਸ ਵੇਲੇ ਟੋਲਰੈਂਸ ਕਿੰਨੀ ਹੋਊਗੀ, ਅਸੀਂ ਇਹ ਅੰਦਾਜ਼ਾ ਵੀ ਲਾ ਸਕਦੇ ਹਾਂ ਕਿ ਗੁਰੂ ਨਾਨਕ ਦਾ ਕਮਿਊਨੀਕੇਸ਼ਨ ਉੱਥੋਂ ਤੱਕ ਪਹੁੰਚਿਆ ਉਹਨਾਂ ਲੋਕਾਂ ਨੂੰ। ਉਸ ਵੇਲੇ ਜਦੋਂ ਲੋਕ ਬਹੁਤ ਜ਼ਿਆਦਾ ਜਿਹੜੇ ਸਮੇਂ ਨੂੰ ਕੱਟੜ ਮੰਨਿਆ ਜਾਂਦਾ ਹੈ, ਉਸ ਕੱਟੜਤਾ ਚੋਂ ਕੱਢ ਕੇ ਤੇ ਇੰਨੇ ਲੋਕਾਂ ਨੂੰ ਰਾਹ ਦਿਖਾਉਣਾ ਤੇ ਉਹਨਾਂ ਲੋਕਾਂ ਦਾ ਉਸ ਰਾਹ ਤੇ ਚੱਲਣਾ, ਉਸ ਤੋਂ ਬਾਅਦ ਇੱਕ ਪੰਥ ਖੜਾ ਹੋ ਜਾਣਾ, ਉਹ ਕਮਿਊਨੀਕੇਸ਼ਨ ਦੀ ਪਾਵਰ ਕਿੰਨੀ ਕਿੱਥੋਂ ਆਈ ਹੋਊਗੀ? ਬਿਲਕੁਲ ਠੀਕ ਹੈ। ਦੇਖੋ ਤੁਸੀਂ ਗੁਰੂ ਨਾਨਕ ਸਾਹਿਬ ਬਾਰੇ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ ਨੇ, ਕਈ ਚੀਜ਼ਾਂ ਇਹੋ ਜਿਹੀਆਂ ਨੇ ਵੀ ਉਹ ਹੀ ਨੈਵਰ ਬਿਲੀਵਡ ਇਨ ਮਿਰੇਕਲਸ। ਉਹ ਤਾਂ ਐਕਚੁਅਲੀ ਵੈਮੈਂਟਲੀ ਅਪੋਜ਼ ਕਰਦੇ ਸਨ ਕਰਾਮਾਤ ਕੁਰਾਮਾਤ, ਉਹ ਕਹਿੰਦੇ ਜੀ ਕੁਛ ਨਹੀਂ ਹੁੰਦੀ ਔਰ ਉਸ ਚੀਜ਼ ਨੂੰ ਅਪੋਜ਼ ਕਰਦੇ। ਕਰਾਮਾਤ ਇਹ ਸੀ ਕਿ 31 ਸਾਲ ਦਾ ਇੱਕ ਜਵਾਨ ਇਨਸਾਨ ਸਾਰੇ ਸੁੱਖ ਸਾਧਨ ਛੱਡ ਕੇ ਔਰ 50,000 ਮੀਲ 20 ਸਾਲ ਚਾਰੋਂ ਤਰਫ ਹਰ ਜਗ੍ਹਾ ਦੇ ਉੱਤੇ ਉਹਨਾਂ ਨੇ ਟੂ ਸਪਰੈਡ ਦੀ ਮੈਸੇਜ ਆਫ ਲਵ ਐਂਡ ਯੂਨੀਵਰਸਲ ਬ੍ਰਦਰਹੁੱਡ। ਕਹਿੰਦਾ ਮੈਂ ਦੁਨੀਆ ਬਦਲਣੀ ਹੈ। ਨਾਲ ਮਰਦਾਨਾ ਲੈ ਲਿਆ, ਇੱਕ ਮੁਸਲਮਾਨ ਭਰਾ ਜਿਹੜਾ ਉਹਨਾਂ ਦਾ ਦੋਸਤ ਸੀ ਸਕੂਲ ਦਾ, ਉਹਨੂੰ ਨਾਲ ਲੈ ਲਿਆ। ਉਹ ਰਬਾਬ ਲੈ ਲਈ ਇੰਸਟਰੂਮੈਂਟ, ਕਿਉਂਕਿ ਉਹ ਯੂਜ਼ ਕਰਦੇ ਸਨ। ਇਹ ਮਿਊਜ਼ਿਕ ਦੇ ਥਰੂ ਉਹ ਕਰਨਾ ਇਹ ਉਹਨਾਂ ਦਾ ਹਿੱਸਾ ਸੀ, ਇੱਕ ਉਹਨਾਂ ਦੀ ਸੋਚ ਦਾ, ਤੇ ਚੱਲ ਪਏ। ਔਰ ਉਹਨਾਂ ਨੇ ਹਰ ਜਗ੍ਹਾ ਜਿਵੇਂ ਤੁਸੀਂ ਦੱਸਿਆ, ਕਦੇ ਕਿਸੇ ਮੌਲਵੀ ਨਾਲ, ਕਦੇ ਕਿਸੇ ਨਾਲ ਕਾਬੇ ਦੇ ਵਿੱਚ ਕਿਸੇ ਨੂੰ ਸਮਝਾਉਣ ਦਾ ਤਰੀਕਾ ਅਲੱਗ, ਖੇਤਾਂ ਦੇ ਵਿੱਚ ਹਰਿਦੁਆਰ ਦੇ ਵਿੱਚ ਅਲੱਗ ਤਰੀਕਾ, ਹਰ ਜਗ੍ਹਾ ਦੇ ਉੱਤੇ ਗਏ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਰਗੂਮੈਂਟ ਦੇ ਨਾਲ ਅਗਲੇ ਨੂੰ ਵਿਨ ਓਵਰ ਕੀਤਾ ਜਾਏ। ਦੇਖੋ ਨਾ, ਜਦੋਂ ਤੁਹਾਡੇ ਕੋਲ ਲੌਜਿਕ ਹੈ, ਆਰਗੂਮੈਂਟ ਹੈ, ਤੁਸੀਂ ਕਿਸੇ ਨੂੰ ਸਮਝਾਉਂਦੇ ਹੋ ਤੇ ਹੌਲੀ 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 ਦੁਨੀਆ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਕਿ ਵੀ ਇਹ ਜਿਹੜੀ ਗੱਲ ਕਹਿ ਰਹੇ ਨੇ ਇਹ ਠੀਕ ਗੱਲ ਹੈ ਤੇ ਉਹਦੇ 'ਚ ਵਿਸ਼ਵਾਸ ਹੋਣਾ ਸ਼ੁਰੂ ਹੋ ਗਿਆ।
ਆਮ ਆਦਮੀ ਨੂੰ ਇਹ ਗੱਲ ਬੜੀ ਅੱਛੀ ਲੱਗੀ। ਜੀ ਉਹ ਆਮ ਆਦਮੀ ਨੂੰ ਉਹਨਾਂ ਦੇ ਨਾਲ ਫਿਰ ਹੌਲੀ ਹੌਲੀ ਜੁੜ ਗਏ। ਤੇ ਦੂਜੀ ਵੱਡੀ ਗੱਲ ਜਿਹੜੀ ਗੁਰੂ ਨਾਨਕ ਦੀ ਸੀ ਉਹ ਇਹ ਸੀ ਜੀ, ਉਦੋਂ ਉਹਨਾਂ ਨੇ ਮੈਰਿਟ ਦੀ ਗੱਲ ਕੀਤੀ। ਹੂੰ, 2 ਬੇਟੇ ਸਨ, ਕਹਿੰਦੇ ਨਹੀਂ ਬਈ ਜੀ। ਭਾਈ ਲੈਣੇ ਨੂੰ ਦੇਣੀ ਆ ਗੁਰਗੱਦੀ, ਜੀ, ਠੀਕ ਹੈ ਜੀ, ਬਿਲਕੁਲ। ਗੁਰੂ ਅੰਗਦ ਦੇਵ ਜੀ। ਇਸੇ ਤਰ੍ਹਾਂ ਵਿਮਨ ਐਮਪਾਵਰਮੈਂਟ ਦੀਆਂ ਅੱਜ ਅਸੀਂ ਗੱਲਾਂ ਕਰਨੇ ਆ, ਜੀ ਗੁਰੂ ਨਾਨਕ ਸਾਹਿਬ ਉਦੋਂ ਸੋ ਕਿਉ ਮੰਦਾ ਆਖੀਏ ਜਿਤ ਜਿਤ ਜਮੇ ਜੰਮੇ ਰਜਾਨ, ਉਹਨਾਂ ਨੇ ਸਤੀ ਪ੍ਰਥਾ ਤੇ ਦੂਜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਇੰਨੇ ਖਿਲਾਫ। ਔਰ ਸਾਡੇ ਸਿੱਖ ਧਰਮ ਦੇ ਵਿੱਚ ਤਾਂ ਹੀ ਤੁਸੀਂ ਦੇਖੋ, ਚਾਹੇ ਰਾਣੀ ਸਾਹਿਬ ਕੌਰ ਹੋਏ ਜਾਂ ਮਾਤਾ ਮਾਈ ਭਾਗੋ ਹੋਏ, ਜੀ ਉਹ ਜਰਨੈਲ ਹੋਈਆਂ ਲੇਡੀਜ਼ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ। ਲੜਾਈਆਂ ਲਈ। ਹਮ, ਜੀ। ਅੱਜ ਵੀ ਤੁਸੀਂ ਸਿੱਖ ਵਿਮਨ ਆਰ ਜੀ। ਡੂਇੰਗ ਵੰਡਰਸ ਇਨ ਦੀ ਐਂਟਾਇਰ ਵਰਲਡ, ਹੈ ਜੀ ਨਾ। ਇਹ ਵੈਸੇ ਮਨਦੀਪ ਜੀ ਇਹ ਸੋਚਣ ਵਾਲੀ ਗੱਲ ਹੈ ਵੀ ਥੋੜੀ ਜਿਹੀ ਪਾਪੂਲੇਸ਼ਨ, ਜੀ 800 ਕਰੋੜ ਚੋਂ 3.5-4 ਕਰੋੜ ਹੋਣਗੇ ਸਿੱਖ ਜੀ ਜਿਹੜੇ ਐਕਚੁਅਲੀ ਸਿੱਖ ਨੇ। ਜੀ ਬਾਕੀ ਬਿਲਕੁਲ, ਜਿਹੜੇ ਗੁਰੂ ਨਾਨਕ ਨੂੰ ਮੰਨਣ ਵਾਲੇ ਉਹ ਤਾਂ ਸ਼ਾਇਦ 20 ਕਰੋੜ ਹੈ ਨੇ, ਬਿਲਕੁਲ ਜਿਹੜੇ ਸਿੰਧੀ ਨੇ ਤੇ ਦੂਸਰੇ। ਗੁਰੂ ਨਾਨਕ ਨੂੰ ਤਾਂ ਬਹੁਤ ਲੋਕ ਮੰਨਦੇ ਨੇ, ਬਹੁਤ ਲੋਕ ਪਰ ਸਿੱਖੀਜ਼ਮ ਨੂੰ ਮੰਨਣ ਵਾਲੇ ਸ਼ਾਇਦ 3.5-4 ਕਰੋੜ ਲੋਕ ਨੇ। ਉਹ ਇੰਨਾ ਘੱਟ ਨੰਬਰ ਹੁੰਦਿਆਂ ਹੋਇਆਂ ਜੀ ਕੰਟਰੀਬਿਊਸ਼ਨ ਆਫ ਸਿੱਖਸ ਇਜ਼ ਐਕਸੈਪਸ਼ਨਲ। ਬਿਲਕੁਲ ਕਿਸੇ ਫੀਲਡ ਦੀ ਗੱਲ ਕਰ ਲਓ, ਦੁਨੀਆ ਭਰ ਚ। ਦੁਨੀਆ ਭਰ ਦੇ ਵਿੱਚ, ਚਾਹੇ ਐਂਟਰਪ੍ਰੀਨਰਸ਼ਿਪ ਦੀ ਗੱਲ ਕਰ ਲਓ ਜੀ ਜਾਂ ਆਰਮਡ ਫੋਰਸਿਸ ਦੀ ਜਾਂ ਸੇਵਾ ਦੀ ਗੱਲ ਕਰ ਜੀ ਲਓ, ਸਾਇੰਸ ਦੀ ਗੱਲ ਕਰ ਲਓ, ਜੀ ਕੋਈ ਵੀ ਗੱਲ ਕਰੋ, ਸਪੋਰਟਸ ਦੀ ਗੱਲ ਕਰੋ, ਯੂ ਬਿਲਕੁਲ ਵਿਲ ਸੀ ਕਿ ਥੋੜੀ ਜਿਹੀ ਨੰਬਰ ਔਰ ਕੰਟਰੀਬਿਊਸ਼ਨ ਏਡੀ ਬਹੁਤ ਵੱਡੀ। ਸੋ ਇਹ ਗੁਰੂ ਨਾਨਕ ਦੀ ਸੋਚ ਸੀ ਕਿ ਜਿਹੜੀ ਇਹ ਸਿੱਖ ਧਰਮ ਨੂੰ ਇਸ ਤਰ੍ਹਾਂ ਉਹਨਾਂ ਨੇ ਬਣਾਇਆ। ਬਿਲਕੁਲ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਲੰਗਰ ਦੀ ਪ੍ਰਥਾ ਨੂੰ ਪੂਰੀ ਦੁਨੀਆ 'ਚ ਸਰਾਇਆ ਜਾਂਦਾ ਹੈ, ਤੇ ਉਹ ਲੰਗਰ ਬਾਬੇ ਨਾਨਕ ਨੇ ਜਦੋਂ 20 ਰੁਪਇਆਂ ਨਾਲ ਸ਼ੁਰੂ ਕੀਤਾ ਕਿਆ ਸੀ ਬਾਤ ਹੈ। ਕਿ 20 ਰੁਪਇਆਂ ਦਾ ਭੋਜਨ ਭੁੱਖੇ ਸਾਧੂਆਂ ਨੂੰ ਛਕਾਇਆ, ਤੇ ਉਹ 20 ਰੁਪਇਆਂ ਦਾ ਅੱਜ ਲੰਗਰ ਅੱਜ ਤੱਕ ਚੱਲ ਰਿਹਾ। ਅਸੀਂ ਦੇਖਦੇ ਹਾਂ ਕਿ ਲੰਗਰ ਦੇ ਵਿੱਚ ਵੀ ਉਹ ਲੋਕਾਂ 'ਚ ਜਿਹੜੀ ਨਿਸ਼ਕਾਮ ਸੇਵਾ ਭਾਵਨਾ ਆਈ ਹੈ, ਉਹ ਉਹਨਾਂ ਦੇ ਜੀਵਨ ਤੋਂ ਹੀ ਆ ਸਕਦੀ ਸੀ। ਮੈਨੂੰ ਲੱਗਦਾ ਕਿ ਹੋਰ ਜਿੰਨੇ ਵੀ ਵਲੀ ਪੈਗੰਬਰ ਹੋਏ ਆ ਉਹਨਾਂ ਨੇ ਚੰਗੇ ਰਾਹ ਜ਼ਰੂਰ ਦਿਖਾਏ ਆ ਦੁਨੀਆ ਨੂੰ, ਉਹਨਾਂ ਨੇ ਰਾਹ ਚੰਗੇ ਦੱਸੇ ਆ ਤੇ ਉੱਥੇ ਚੱਲ ਕੇ ਵੀ ਦੱਸਿਆ। ਪਰ ਮਾਨਵਤਾ ਸਭ ਤੋਂ ਵੱਡੀ ਹੈ, ਮਾਨਵਤਾ ਹੀ ਹੈ ਉਹੀ ਇੱਕ ਦਾ ਸੁਨੇਹਾ ਦੇਣਾ ਕਿ ਅਸੀਂ ਸਾਰੇ ਇੱਕ ਹਾਂ। ਔਰ ਕੋਵਿਡ ਨੇ ਤੇ ਪ੍ਰੂਵ ਕਰ ਦਿੱਤਾ, ਕੋਵਿਡ ਨੇ ਤੇ ਸਾਰੀ ਦੁਨੀਆ ਨੂੰ ਦੱਸ ਦਿੱਤਾ, ਕੋਵਿਡ ਨੇ ਜੀ ਵੀ ਆਹ ਹੈ ਸਿੱਖ ਧਰਮ। ਮੇਰਾ ਖਿਆਲ ਹੈ ਕਿ ਕੋਵਿਡ ਨੇ ਸਿੱਖ ਧਰਮ ਕਿਧਰੇ ਜ਼ਿਆਦਾ ਸਪਰੈਡ ਕੀਤਾ ਰਾਦਰ ਦੈਨ ਦੂਜੀਆਂ ਜਿਹੜੀਆਂ ਸਾਡੀ ਆਰਗੇਨਾਈਜੇਸ਼ਨ ਨੇ ਧਰਮ ਦੇ ਜਿਹੜੇ ਜੀ ਸਮਝਦੇ ਨੇ ਵੀ ਉਹਨਾਂ ਦਾ ਫਰਜ਼ ਹੈ ਜਾਂ ਡਿਊਟੀ ਹੈ ਵੰਡਣ ਦਾ, ਉਹਨਾਂ ਨਾਲੋਂ ਜ਼ਿਆਦਾ ਕਿਧਰੇ ਕੰਮ ਤੇ ਜਿਹੜਾ ਹੈ ਕੋਵਿਡ ਨੇ ਕਰ ਦਿੱਤਾ। ਤੇ ਉਦੋਂ ਅਸਲੀ ਸਿੱਖ ਦਾ ਫੇਸ ਰਾਈਟੀਅਸਨੈਸ, ਅੱਛਾਈ ਭਲਾਈ ਵਾਸਤੇ ਖੜੇ ਹੋਣਾ, ਕਿਧਰੇ ਵੀ ਕੋਈ ਗਲਤ ਚੀਜ਼ ਹੁੰਦੀ ਹੋਏ ਉਹਦੇ ਅਗੇਂਸਟ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇੱਕ ਸਿੱਖ ਦੀ ਪਰਸਨੈਲਿਟੀ ਦਾ ਹਿੱਸਾ ਹੈ। ਇਸ ਲਈ ਮੇਰਾ ਇੱਕ ਚੈਪਟਰ ਦੇ ਵਿੱਚ ਮੈਂ ਲਿਖਿਆ ਹੈ ਸਿੱਖ ਵੇ ਆਫ ਲਾਈਫ, ਜਿਹਦੇ ਵਿੱਚ ਮੈਂ ਉਹਨੂੰ ਕੋਡ ਆਫ ਕੰਡਕਟ ਕਿ ਸਿੱਖ ਨੂੰ ਕੀ ਕਰਨਾ ਚਾਹੀਦਾ ਔਰ ਕੀ ਕਰਦਾ ਹੈ, ਹਾਊ ਏ ਸਿੱਖ ਕੰਡਕਟਸ ਹਿਮਸੈਲਫ ਔਰ ਹਰਸੈਲਫ ਇਨ ਏ ਪਾਰਟਿਕੂਲਰ ਸੋਸਾਇਟੀ। ਸੋ ਗੁਰੂ ਨਾਨਕ ਸਾਹਿਬ ਦੀ ਜਿਹੜੀ ਯੂਨੀਕ ਪਰਸਨੈਲਿਟੀ ਹੈ, ਉਹਦੇ ਇੱਕ ਹਿੱਸਾ ਉਹਨਾਂ ਦੀ ਜਿਹੜੀ ਕਵਿਤਾ ਦਾ ਸੀ ਬਹੁਤ ਵੱਡਾ, ਉਹਨਾਂ ਦਾ ਜਿਹੜਾ ਸੰਗੀਤ ਦੇ ਨਾਲ ਪ੍ਰੇਮ ਸੀ, ਹੈ ਨਾ, ਉਹ ਫਿਰ ਉਹਨਾਂ ਦਾ ਸਾਇੰਟੀਫਿਕ ਟੈਂਪਰ, ਫਿਰ ਉਹਨਾਂ ਦੇ ਵਿੱਚ ਜਿਹੜੀ ਪੇਸ਼ੈਂਸ ਸੀ ਕਿ ਔਰ 50,000 ਮੀਲ ਉਦੋਂ ਖੜਾਵਾਂ ਪਾ ਕੇ ਚੱਲਣਾ ਜਦੋਂ ਕਮਿਊਨੀਕੇਸ਼ਨ ਦੇ ਮੀਨਸ ਤੁਸੀਂ ਸੋਚ ਸਕਦੇ ਹੋ ਕਿ ਕੀ ਹੋਣਗੇ, ਜੰਗਲ ਬਿਆਬਾਨ, ਕਦੇ ਪਹਾੜਾਂ 'ਚ ਪਹੁੰਚ ਗਏ, ਕਦੇ ਉੱਥੇ ਬਰਫ਼ ਪੈਣ ਵਾਲੀ ਜਗ੍ਹਾ ਪਹੁੰਚ ਗਏ, ਸਿਲੋਨ ਪਹੁੰਚ ਗਏ, ਸ਼੍ਰੀਲੰਕਾ ਉੱਥੇ ਪਹੁੰਚ ਗਏ, ਸਿੱਕਮ 'ਚ ਗਏ, ਹਰ ਜਗ੍ਹਾ ਦੇ ਉੱਤੇ ਦੇ 20 ਸਾਲ। ਔਰ ਉਹਦੇ ਬਾਅਦ ਵਾਪਸ ਆ ਕੇ ਕਰਤਾਰਪੁਰ ਸਾਹਿਬ ਉਹ ਕੀਤਾ ਜਿਹੜਾ ਉਹਨੇ ਵਾਕ ਦੀ ਟਾਕ ਵਾਲੀ ਗੱਲ, ਉਹ ਕਿਰਤ ਕਰਨੀ, ਫਿਰ ਆ ਕੇ ਹਾਲ ਚਲਾਉਣਾ ਸ਼ੁਰੂ ਕਰ ਦਿੱਤਾ, ਫਿਰ ਆ ਕੇ ਦੁਨੀਆ ਨੂੰ ਇਹ ਮੈਸੇਜ ਦਿੱਤਾ ਵੀ ਯੂ ਵਾਈਲ ਮੇਕਿੰਗ ਏ ਲਿਵਿੰਗ ਯੂ ਕੈਨ ਮੇਕ ਏ ਲਾਈਫ। ਜੀ ਦੇਖੋ ਨਾ ਤੁਸੀਂ ਲਿਵਿੰਗ ਤੇ ਕਰ ਬੜੀ ਜ਼ਰੂਰੀ ਹੈ, ਰੋਟੀ ਕਮਾਉਣ ਵਾਸਤੇ ਪੈਸਾ ਕਮਾਉਣਾ। ਇੱਕ ਖਾਸ ਚੀਜ਼ ਉਹਨਾਂ ਦੀ ਇਹ ਵੀ ਸੀ ਕਿ ਮੈਨੂੰ ਲੱਗਦਾ ਜਦੋਂ ਉਹ ਪੂਰੀ ਦੁਨੀਆ ਘੁੰਮ ਕੇ ਉਦਾਸੀਆਂ ਕਰਨ ਤੋਂ ਬਾਅਦ ਜਦੋਂ ਆ ਕੇ ਆਪਦੇ ਖੇਤਾਂ 'ਚ ਹਲ ਚੱਕਦੇ ਆ, ਤਾਂ ਮੈਨੂੰ ਲੱਗਦਾ ਉੱਥੇ ਉਹ ਸਾਰਿਆਂ ਨੂੰ ਸੁਨੇਹਾ ਦੇ ਦਿੰਦੇ ਆ ਕਿ ਮੈਂ ਵੀ ਤੁਹਾਡੇ ਬਰਾਬਰ ਹੀ ਹਾਂ ਤੇ ਤੁਸੀਂ ਵੀ ਮੇਰੇ ਬਰਾਬਰ ਹੀ ਹੋ। ਉਹ ਜਿਹੜਾ ਇੱਕ ਦਾ ਸੁਨੇਹਾ, ਜਿਹੜਾ ਏਕ ਓਂਕਾਰ ਉਹ ਕਹਿੰਦੇ ਸੀ, ਤੇ ਉਹ ਇੱਕ ਕਰਕੇ ਦਿਖਾਇਆ ਉਹਨਾਂ ਨੇ ਕਿ ਮੈਂ ਵੀ ਰੋਟੀ ਖਾਣੀ ਆ ਤਾਂ ਮੈਨੂੰ ਵੀ ਮਿਹਨਤ ਕਰਨੀ। ਇਹ ਕਿੰਨਾ ਵੱਡਾ ਮੈਸੇਜ ਹੈ ਜੀ। ਨੋ ਹੁਣ ਮੈਂ ਕਹਿੰਦਾ ਹੁੰਨਾ ਵੀ ਜਦੋਂ ਸਰਬੱਤ ਦਾ ਭਲਾ ਦਾ ਮੈਸੇਜ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਜੀ, ਉੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚਦੇ ਪਹੁੰਚਦੇ ਦੇਸ਼ ਸੇਵਾ ਵਰ ਮੋਹੇ ਵਾਲੀ ਗੱਲ ਆ ਗਈ ਜੀ।
ਉਹ ਕਿਉਂ ਹੋਇਆ। ਇਹ ਬੜੀ ਮਤਲਬ ਫੈਸੀਨੇਟਿੰਗ ਚੀਜ਼ ਹੈ ਵੀ ਪੰਜਵੇਂ ਗੁਰੂ ਅਰਜਨ ਦੇਵ ਜੀ ਉਹ ਉਹਨਾਂ ਦੇ ਟਾਈਮ ਦੇ ਉੱਤੇ ਉਹ ਅਕਬਰ ਸੀ, ਤੇ ਅਕਬਰ ਵਾਜ਼ ਅ ਮੈਨ ਆਫ ਪੀਸ, ਉਹ ਧਰਮ ਦਾ ਆਦਮੀ ਸੀ, ਤੇ ਉਹਨੂੰ ਉਹ ਗੱਲ ਸਮਝ ਲੱਗਦੀ ਸੀ ਜੋ ਗੁਰੂ ਅਰਜਨ ਦੇਵ ਜੀ ਕਰ ਰਹੇ ਸਨ। ਹੀ ਐਪਰੀਸ਼ੀਏਟਡ ਦੈਟ ਐਜ਼ ਅ ਮੈਟਰ ਆਫ ਫੈਕਟ। ਉਹਦਾ ਬੇਟਾ ਜਹਾਂਗੀਰ ਜਦੋਂ ਆਇਆ, ਉਹਨੂੰ ਗੁਰੂ ਅਰਜਨ ਦੇਵ ਦੀ ਪੋਪੂਲੈਰਿਟੀ ਜਾਂ ਮੈਸੇਜ ਜੋ ਦੇ ਰਹੇ ਸਨ ਉਹ ਪਸੰਦ ਨਹੀਂ ਆਇਆ, ਤੇ ਉਹ ਕੱਟੜ ਇਸਲਾਮ ਦਾ ਆਦਮੀ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਹੀ ਵਾਜ਼ ਦੀ ਫਸਟ ਮਾਰਟਾਇਰ ਆਫ ਸਿੱਖਸ, ਸਾਰਿਆਂ ਨਾਲੋਂ ਪਹਿਲਾਂ ਸਿੱਖਾਂ ਦੇ ਵਿੱਚ ਪਹਿਲੇ ਸ਼ਹੀਦੀ ਜਿਹੜੀ ਪ੍ਰਾਪਤ ਕੀਤੀ ਉਹ ਗੁਰੂ ਅਰਜਨ ਦੇਵ ਜੀ। ਉਹਦੇ ਬਾਅਦ ਸਭ ਕੁਝ ਬਦਲ ਗਿਆ। 6ਵੀਂ ਪਾਤਸ਼ਾਹੀ ਨੇ ਫਿਰ ਪੀਰੀ ਮੀਰੀ ਦੀ ਉਹ ਕੀਤੀ, ਪ੍ਰਥਾ ਸ਼ੁਰੂ ਕੀਤੀ। ਉਹਦੇ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਕਸ਼ਮੀਰੀ ਪੰਡਤ ਆਏ, ਉਹਨਾਂ ਨੇ ਆ ਕੇ ਕਿਹਾ ਵੀ ਸਾਡੇ ਨਾਲ ਜ਼ੁਲਮ ਹੋ ਰਿਹਾ, ਮੰਦਰ ਢਾਏ ਜਾ ਰਹੇ ਨੇ, ਸਾਡੇ ਸਿਰ ਕਤਲ ਹੋ ਰਹੇ ਨੇ, ਸਾਨੂੰ ਮਦਦ ਕਰੋ। ਦੇ ਕੇਮ ਟੂ ਗੁਰੂ ਤੇਗ ਬਹਾਦਰ ਟੂ ਸੀਕ ਏ ਸਪੋਰਟ। ਗੁਰੂ ਤੇਗ ਬਹਾਦਰ ਨੇ ਇਹ ਕਿਹਾ ਵੀ ਤੁਸੀਂ ਉਹਨੂੰ ਕਹੋ ਔਰੰਗਜ਼ੇਬ ਨੂੰ ਵੀ ਜੇ ਸਾਡਾ ਗੁਰੂ ਕਨਵਰਟ ਹੋ ਜਾਏਗਾ ਇਸਲਾਮ 'ਚ, ਅਸੀਂ ਸਾਰੇ ਹੋ ਜਾਵਾਂਗੇ। ਉਹਨਾਂ ਪੂਰਾ ਦਾ ਪੂਰਾ ਫੋਕਸ ਜਿਹੜਾ ਸੀ ਨਾ ਪੰਡਤਾਂ ਤੋਂ ਲੈ ਕੇ ਆਪਣੇ ਉੱਤੇ ਲੈ ਲਿਆ, ਠੀਕ ਹੈ ਜੀ। ਔਰ ਉਹਨਾਂ ਨੂੰ ਟਾਰਚਰ ਕੀਤਾ ਗਿਆ। ਔਰ ਦੇਖੋ 9 ਸਾਲ ਦੇ ਗੋਬਿੰਦ ਰਾਏ ਜਿਹੜੇ ਬਾਅਦ 'ਚ ਗੁਰੂ ਗੋਬਿੰਦ ਸਿੰਘ ਬਣੇ, ਉਹਨਾਂ ਕੋਲ 9 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਫਾਦਰ ਦਾ ਸਵੀਅਰਡ ਹੈਡ ਉਹ ਲੈ ਕੇ ਭਾਈ ਜੈਤਾ ਉੱਥੇ ਪਹੁੰਚਿਆ ਅਨੰਦਪੁਰ ਸਾਹਿਬ। ਉਹ ਟਾਈਮ ਸੀ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਬਈ ਹੁਣ ਬੰਦਾ ਬਹਾਦਰ ਨੂੰ ਉਹਨਾਂ ਨੇ ਕਿਹਾ ਵੀ ਇਹ ਗੱਲ ਜਿਹੜੀ ਹੈ ਜ਼ੁਲਮ ਹੈ। ਔਰ ਜ਼ਫਰਨਾਮਾ 'ਚ ਉਹਨਾਂ ਨੇ ਜਿਹੜੀ ਲੈਟਰ ਲਿਖੀ ਹੈ ਨਾ ਔਰੰਗਜ਼ੇਬ ਨੂੰ, ਉਹਦੇ 'ਚ ਉਹਨਾਂ ਨੇ ਲਿਖਿਆ ਕਿ ਬਾਕੀ ਸਾਰੇ ਜਦੋਂ ਸਾਧਨ ਖਤਮ ਹੋ ਜਾਣ ਹੱਕ ਲੈਣ ਵਾਸਤੇ, ਉਹਦੇ ਬਾਅਦ ਤਲਵਾਰ ਉਠਾ ਲੈਣ 'ਚ ਕੋਈ ਹਰਜ ਨਹੀਂ। ਉਹ ਫਿਰ ਉਹਨਾਂ ਨੇ 14 ਲੜਾਈਆਂ ਲੜੀਆਂ, ਠੀਕ ਹੈ ਜੀ। ਔਰ ਉਹਨਾਂ ਨੂੰ ਲੜਨੀਆਂ ਪਈਆਂ ਕਿਉਂ? ਜਸਟਿਸ ਵਾਸਤੇ, ਰਾਈਟਸਨੈਸ ਵਾਸਤੇ, ਡਾਊਨ ਟਰਾਡਨ ਜਿਹੜੇ ਲੋਕ ਸਨ ਉਹਨਾਂ ਦੀ ਸਪੋਰਟ ਤੇ ਮਦਦ ਕਰਨ ਵਾਸਤੇ, ਕਿਉਂ ਆਮ ਆਦਮੀ ਦਾ ਤਾਂ ਬਹੁਤ ਬੁਰਾ ਹਾਲ ਸੀ ਉਦੋਂ ਵੀ। ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਿੱਖ ਧਰਮ ਦਾ ਬੇਸਿਸ ਜਿਹੜਾ ਨਾ ਉਹ ਜਸਟਿਸ, ਰਾਈਟਸਨੈਸ, ਕੰਪੈਸ਼ਨ, ਪਿਆਰ ਤੇ ਮੁਹੱਬਤ ਹੈ ਜਿਹਦੇ ਉੱਤੇ। ਔਰ ਜਿਵੇਂ ਮੈਂ ਪਹਿਲਾਂ ਕਿਹਾ ਸੀ, ਉਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਅੱਜ ਹੈ। ਅੱਜ ਫਿਰ ਉਹੀ ਹਾਲਾਤ ਨੇ। ਬਿਲਕੁਲ, ਤੇ ਦੈਟ ਇਜ਼ ਵਾਈ ਇਹ ਜਿਹੜੀ ਹੰਬਲ ਜੀ ਕੋਸ਼ਿਸ਼ ਮੈਂ ਕੀਤੀ ਹੈ ਕਿ ਇਹ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਬਿਲਕੁਲ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕੀਤਾ। ਅਸੀਂ 10ਵੇਂ ਨਾਨਕ ਕਹਿੰਦੇ ਆ, ਤਾਂ 10ਵੇਂ ਜਾਮੇ ਦੇ ਵਿੱਚ ਵੀ ਨਾਨਕ ਨੇ ਉਹੀ ਸੁਨੇਹਾ ਦਿੱਤਾ ਇੱਕ ਹੋਣ ਦਾ ਹੀ। ਤੇ ਉਵੇਂ ਹੀ ਜਦੋਂ ਗੁਰੂ ਨਾਨਕ ਆ ਕੇ ਆਪਣੇ ਖੇਤਾਂ ਦੇ ਵਿੱਚ ਹਲ ਵਾਹੁੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਤੇ ਕਹਿੰਦੇ ਕਿ ਤੁਸੀਂ ਮੇਰੇ ਬਰਾਬਰ ਹੋ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਅੱਜ ਤੋਂ ਤੁਹਾਡਾ ਹੁਕਮ ਮੈਂ ਮੰਨਾਂਗਾ। ਤੇ ਸਾਰੇ ਲੋਕਾਂ ਨੂੰ ਬਰਾਬਰ ਕਰਤਾ। ਔਰ ਇੱਕ ਵੱਡੀ ਗੱਲ ਜਿਹੜੀ ਰਹੀ ਕਿ ਜਿਹੜੇ ਸਮਾਜ ਦੇ ਵਿੱਚ ਨਕਾਰੇ ਹੋਏ ਲੋਕ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਸਭ ਬਰਾਬਰ ਹੋ, ਸਾਰੇ ਇੱਕ ਬਰਾਬਰ ਹੋ। ਹਾਲਾਂਕਿ ਕਈ ਸਾਲਾਂ ਬਾਅਦ ਤੱਕ ਵੀ ਅੱਜ ਵੀ ਸਮਾਜ ਉਹ ਸਮਾਨਤਾ ਦੇ ਫਲਸਫੇ ਤੇ ਪਹੁੰਚ ਨਹੀਂ ਪਾਇਆ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਨ ਕਰਕੇ ਤੇ ਉਹਨੂੰ ਪ੍ਰੈਕਟੀਕਲੀ ਦੱਸਿਆ। ਐਕਚੁਅਲੀ ਮੈਂ ਇੱਕ ਗੱਲ ਸ਼ੇਅਰ ਕਰਨਾ ਤੁਹਾਡੀ ਪਰਮਿਸ਼ਨ ਦੇ ਨਾਲ ਅਮਨਦੀਪ ਜੀ, ਕਿ ਜਦੋਂ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਿਰਜਿਆ, ਉਦੋਂ ਜਿਹੜੇ ਔਰੰਗਜ਼ੇਬ ਦੇ ਦਰਬਾਰ ਦੇ ਜਿਹੜੇ ਹੁੰਦੇ ਨਾ ਰਿਪੋਰਟਰ, ਅੱਜ ਕੱਲ੍ਹ ਦੇ ਜਿਵੇਂ ਰਿਪੋਰਟਰ ਨੇ, ਉਸੇ ਤਰ੍ਹਾਂ ਉਹ ਵੀ ਤਾਰੀਖ ਲਿਖਣ ਵਾਸਤੇ ਬੰਦੇ ਜਿਹੜੇ ਸਨ ਨਾ, ਉਹ ਅਨੰਦਪੁਰ ਸੀ ਇੱਕ। ਉਹਨੇ ਇੱਕ ਰਿਪੋਰਟ ਭੇਜੀ। ਉਹ ਰਿਪੋਰਟ ਜਿਹੜੀ ਹੈ ਹਿਸਟੋਰੀਕਲ ਬੁੱਕਸ ਦੇ ਵਿੱਚ ਉਹਦੇ 'ਚ ਮਿਲਦੀ ਹੈ। ਉਹ ਰਿਪੋਰਟ 'ਚ ਉਹਨੇ ਇਹ ਲਿਖਿਆ, ਕਹਿੰਦਾ ਇੱਕ ਝਟਕੇ ਦੇ ਵਿੱਚ 20,000 ਇਨਸਾਨ ਨੂੰ, ਬੰਦਿਆਂ ਤੇ ਜਨਾਨੀਆਂ ਨੂੰ ਉਹਨੇ ਬਰਾਬਰ ਕਰ ਦਿੱਤਾ। 20,000 ਬੰਦਿਆਂ ਨੂੰ, ਕਹਿੰਦਾ ਉਹ 20,000 ਨੂੰ ਅੰਮ੍ਰਿਤ ਛਕਵਾਇਆ। ਅੰਮ੍ਰਿਤ ਦੀ ਫਿਰ ਉਹਨੇ ਦੱਸਿਆ ਵੀ ਕੀ ਕੀਤਾ ਉਹਨਾਂ ਨੇ। ਔਰ ਫਿਰ ਉਹਦੇ ਬਾਅਦ ਕਹਿੰਦਾ ਆਪ ਹੀ ਬੈਠ ਕੇ ਹੇਠਾਂ ਉਹਨਾਂ ਕੋਲੋਂ ਫਿਰ ਛਕਿਆ ਅੰਮ੍ਰਿਤ। ਔਰ ਉਹ ਚੀਜ਼ ਜਿਹੜੀ ਹੈ ਬੜੇ ਡਿਟੇਲ ਦੇ ਵਿੱਚ ਐਕਸਪਲੇਨ ਕੀਤੀ ਉਹਨੇ ਆਪਣੇ ਔਰੰਗਜ਼ੇਬ ਨੂੰ ਦੱਸਣ ਵਾਸਤੇ ਵੀ ਆਹ ਕੀਤਾ ਹੈ ਔਰ ਇਹਦੇ ਨਾਲ ਦੇਖੋ ਕਿੰਨਾ ਫਰਕ ਪਏਗਾ। ਔਰ ਜਿਹੜਾ ਇੱਕ ਦਿਨ ਦੇ ਵਿੱਚ 20,000 ਲੋਕਾਂ ਨੂੰ ਕਰਦੇ, ਉਹਦੇ ਬਾਅਦ ਤਾਂ ਖੈਰ ਇਹ ਪ੍ਰਥਾ ਸ਼ੁਰੂ ਹੋ ਗਈ ਤੇ ਅੱਜ ਤੱਕ ਚਾਲੂ ਹੈ। ਹਾਂ ਬਿਲਕੁਲ, ਅਸੀਂ ਜਦੋਂ ਸਿੱਖ ਫੇਥ ਦੀ ਗੱਲ ਕਰਦੇ ਹਾਂ, ਤੁਸੀਂ ਕਿਤਾਬ ਦੇ ਵਿੱਚ ਸਿੱਖ ਫੇਥ ਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੇ ਜਿਹੜੇ ਸਿੱਖ ਪੰਥ ਨੂੰ ਜਾਂ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਲੋਕ, ਜਿਹੜੇ ਸਿੱਖਾਂ ਦੇ ਨੇੜੇ ਨਹੀਂ ਹੈ, ਉਹਨਾਂ ਦੇ ਵਿੱਚ ਇੱਕ ਹੁੰਦਾ, ਕਿਉਰਿਓਸਿਟੀ ਹੁੰਦੀ ਹੈ ਪੱਗ ਦੇ ਬਾਰੇ ਜਾਂ ਸਾਡੇ ਰਹਿਣ ਸਹਿਣ ਬਾਰੇ,
ਸਾਡੇ ਦਾੜੀ ਬਾਰੇ, ਸਾਡੇ ਕੇਸਾਂ ਬਾਰੇ, ਤੇ ਉਹਦੇ ਲਈ ਉਹਨੂੰ ਕਿਵੇਂ ਤੁਸੀਂ ਕਲੈਰੀਫਾਈ ਕੀਤਾ? ਦੇਖੋ, ਇਹ ਪਹਿਲਾਂ ਜ਼ਿਆਦਾ ਸਿੱਖਸ ਨੂੰ ਜਾਣਿਆ ਜਾਂਦਾ ਸੀ ਬਿਕਾਜ਼ ਆਫ देयर ਡਰੈਸ ਐਂਡ देयर ਡਿਫਰੈਂਟ ਕਾਈਂਡ ਆਫ ਫਾਰਮ ਔਰ ਇਹ ਉਹ। ਪਰ ਜਦੋਂ ਆ ਕੋਵਿਡ ਆਇਆ, ਜਿਵੇਂ ਮੈਂ ਪਹਿਲਾਂ ਕਿਹਾ, ਉਹਦੇ ਬਾਅਦ ਨੂੰ ਸਿੱਖ ਨੂੰ ਜਾਣਿਆ ਜਾ ਰਿਹਾ ਹੈ ਐਜ਼ ਅ ਸਿੰਬਲ ਆਫ ਲਵ ਐਂਡ ਕੰਪੈਸ਼ਨ। ਜਿੱਥੇ ਕਿਤੇ ਲੋੜ ਹੋਏ, ਹਰ ਜਗ੍ਹਾ ਦੇ ਉੱਤੇ ਅਲੱਗ-ਅਲੱਗ ਆਰਗੇਨਾਈਜੇਸ਼ਨ ਨੇ, ਸਿੱਖਾਂ ਨੇ ਬਣਾਈਆਂ ਹੋਈਆਂ। ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਤਕਲੀਫ ਹੋਏ, ਭੂਚਾਲ ਆ ਜਾਏ, ਫਲੱਡ ਆ ਗਏ, ਕਿਧਰੇ ਕੁਛ ਹੋ ਗਿਆ, ਲੜਾਈ ਹੋ ਗਈ, ਉੱਥੇ ਸਾਰਿਆਂ ਨਾਲੋਂ ਪਹਿਲਾਂ ਜੇ ਕੋਈ ਪਹੁੰਚਿਆ ਤੇ ਉਹ ਸਿੱਖਾਂ ਦਾ ਜਥਾ ਜਾ ਕੇ ਉੱਥੇ ਸੇਵਾ। ਔਰ ਨਿਸ਼ਕਾਮ ਸੇਵਾ ਜਿਹੜੀ ਹੈ ਉਹ ਤਾਂ ਪ੍ਰਮਾਤਮਾ ਦੇ ਕੋਲ ਲਿਜਾਂਦੀ ਹੈ ਨਾ। ਵੈਸੇ ਅਲਟੀਮੇਟਲੀ ਗੱਲ ਇਹ ਹੈ ਵੀ ਹਰ ਇਨਸਾਨ ਸਾਲਵੇਸ਼ਨ ਲੱਭਦਾ। ਸਾਲਵੇਸ਼ਨ ਮਤਲਬ ਮੁਕਤੀ। ਜੀ, ਉਹ ਮੁਕਤੀ ਦਾ ਗੁਰੂ ਨਾਨਕ ਸਾਹਿਬ ਨੇ ਜਾਂ ਬਾਕੀ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੀ ਦੱਸਿਆ ਵੀ ਕਿਸ ਤਰ੍ਹਾਂ ਸਾਲਵੇਸ਼ਨ ਪਾਉਣ ਵਾਸਤੇ ਲੋਕਾਂ ਨੂੰ ਪਿਆਰ ਕਰੋ, ਹਰ ਇੱਕ ਨੂੰ ਬਰਾਬਰੀ ਦੇ ਨਾਲ ਰੱਖੋ। ਅਨਫੋਰਚੂਨੇਟ ਗੱਲ ਇਹ ਹੈ ਵੀ ਅਜੇ ਵੀ ਪੰਜਾਬ ਦੇ ਵਿੱਚ, ਜਿਵੇਂ ਤੁਸੀਂ ਵੀ ਕਹਿ ਰਹੇ ਸੀ, ਕਿ ਉਹ ਭੇਦਭਾਵ ਅਲੱਗ-ਅਲੱਗ ਸਿੱਖਾਂ ਦੇ ਵਿੱਚ ਹੀ ਅਲੱਗ। ਔਰ ਇਸੇ ਕਰਕੇ ਸ਼ਾਇਦ ਤੁਸੀਂ ਦੇਖਦੇ ਹੋ, ਮੈਂ ਇੱਕ ਦਿਨ ਇੰਡੀਆ ਟੂਡੇ ਦੇ ਫਰੰਟ ਪੇਜ ਦੇ ਉੱਤੇ ਦੇਖਿਆ ਇੱਕ ਸਰਦਾਰ ਸਾਹਿਬ, ਉਹ ਪੈਸਟਰ ਲਿਖਿਆ ਸੀ, ਪੈਸਟਰ ਫਲਾਣਾ ਸਿੰਘ ਜੀ, ਉਹ ਦੂਜੇ ਧਰਮ ਵੱਲ ਕਿਸੇ ਵੱਲ ਚਲੇ ਗਏ। ਮੈਂ ਇਹ ਨਹੀਂ ਕਹਿੰਦਾ ਕੋਈ ਧਰਮ ਬੁਰਾ ਹੈ ਜਾਂ ਦੂਸਰੇ ਧਰਮ 'ਚ ਨਹੀਂ ਜਾਣਾ ਚਾਹੀਦਾ, ਉਹ ਤੁਹਾਡਾ ਆਪਣਾ ਡਿਸੀਜਨ ਹੈ। ਪਰ ਕਿਉਂ ਇਹ ਲੋੜ ਪਈ ਕਿਸੇ ਨੂੰ ਹੇਠਾਂ ਵਾਲੀ ਜਾਤੀ ਦੇ, ਜਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਵੀ ਹੇਠਾਂ, ਉਹਨਾਂ ਲੋਕਾਂ ਨੂੰ ਕਿਉਂ ਕਿਸੇ ਹੋਰ ਧਰਮ ਵੱਲ ਜਾਣ ਦੀ ਲੋੜ ਪਈ? ਕਿਉਂਕਿ ਅਸੀਂ ਉਹਨਾਂ ਨੂੰ ਉਹ ਪਿਆਰ ਮੁਹੱਬਤ ਤੇ ਉਹਨਾਂ ਨੂੰ ਗਲੇ ਨਾਲ ਨਹੀਂ ਲਾਇਆ ਜੋ ਸਾਨੂੰ ਲਾਉਣਾ ਚਾਹੀਦਾ ਸੀ। ਬਿਲਕੁਲ। ਤੇ ਮੇਰਾ ਖਿਆਲ ਹੈ ਅਜੇ ਵੀ ਜੇ ਅਸੀਂ ਸਿੱਖ ਲਈਏ ਵੀ ਅਸੀਂ ਤਾਂ ਸਾਰੇ ਬਰਾਬਰ ਹਾਂ ਬਈ ਭਰਾਓ, ਆਓ ਜਿਹੜੇ ਵੀ ਲੈਵਲ ਦੀ ਹੋ, ਜਿੱਥੇ ਵੀ ਹੋ ਤੁਸੀਂ, ਚਾਹੇ ਉਹ ਮਜ਼ਦੂਰੀ ਕਰਨ ਵਾਲਾ ਇਨਸਾਨ ਹੈ, ਚਾਹੇ ਕਿਧਰੇ IAS ਅਫਸਰ ਹੈ। ਬਿਲਕੁਲ। ਆਫਟਰ ਆਲ ਇਨਸਾਨ ਤੇ ਇਨਸਾਨ ਹੈ, ਬਾਬੇ ਦੀ ਕ੍ਰੀਏਸ਼ਨ ਹੈ, ਉਹਨੇ ਪੈਦਾ ਕੀਤਾ ਹੋਇਆ। ਤੇ ਇਹ ਗੱਲ ਮੇਰਾ ਖਿਆਲ ਹੈ ਅਜੇ ਵੀ ਪੰਜਾਬ ਦੇ ਵਿੱਚ ਹੈ ਔਰ ਲੋੜ ਹੈ ਕਿ ਇਸ ਚੀਜ਼ ਨੂੰ ਦੂਰ ਕਰਨ। ਜਿਵੇਂ ਤੁਸੀਂ ਇੱਕ ਇੰਗਲਿਸ਼ ਦੇ ਵਿੱਚ ਇੱਕ ਕਿਤਾਬ ਲਿਖੀ ਹੈ ਕਿ ਕਿਸੇ ਨੂੰ ਬੇਸਿਕਸ ਜਾਣਨੇ ਹੋਣ ਸਿੱਖ ਪੰਥ ਦੇ ਤਾਂ ਉਹ ਇਹ ਕਿਤਾਬ ਪੜ੍ਹੇ। ਅਤੇ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਸਿੱਖਾਂ ਨੂੰ ਵੀ ਕੁਛ ਪੜ੍ਹ ਕੇ, ਬਾਣੀ ਪੜ੍ਹ ਕੇ ਅਤੇ ਅੱਗੇ ਕੁਛ ਸਮਝਣਾ ਪਊਗਾ ਉਹਨੂੰ, ਅਤੇ ਉਹਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਪਊਗਾ। ਇਹਦੇ ਲਈ ਤੁਸੀਂ ਕੁਛ ਕਰ ਰਹੇ ਹੋ? ਮੈਂ ਦੇਖੋ, ਇੱਕ ਤਾਂ ਇਹ ਟ੍ਰੈਜਡੀ ਇਹ ਹੈ ਵੀ ਅੱਜ ਦਾ ਯੂਥ ਜਿਹੜਾ ਨਾ ਉਹ ਪੜ੍ਹਨ ਲਿਖਣ 'ਚ ਵਿਸ਼ਵਾਸ ਹੀ ਨਹੀਂ ਕਰਦਾ। ਮੈਂ ਦੇਖਿਆ ਵੀ ਮੋਸਟ ਆਫ ਦੀ ਯੂਥ ਦੇ ਡੋਂਟ ਰੀਡ ਆਰ ਰਾਈਟ। ਇੱਕ ਤਾਂ ਮੈਂ ਇਹ ਆਪਣੇ ਬੱਚਿਆਂ ਨੂੰ, ਯੂਥ ਨੂੰ, ਯੂਥ ਇਜ਼ ਦੀ ਬੈਸਟ ਹੋਪ ਫਾਰ ਇੰਡੀਆ ਐਂਡ ਪੰਜਾਬ ਪੂਰੇ ਸਾਡੇ ਵਾਸਤੇ। ਅਸੀਂ ਤਕਰੀਬਨ 80 ਕਰੋੜ ਦੀ ਆਬਾਦੀ ਜਿਹੜੀ ਹੈ ਉਹ 35 ਈਅਰਸ ਤੋਂ ਹੇਠਾਂ ਦੀ ਹੈ। ਇੰਡੀਆ ਇੱਕ ਬਿਲਕੁਲ ਯੰਗ ਨੇਸ਼ਨ ਹੈ। ਸਾਡੀ ਐਵਰੇਜ ਏਜ ਜਿਹੜੀ ਹੈ 29 ਸਾਲ, ਜਾਪਾਨ ਦੀ 42 ਸਾਲ, ਉਹਨਾਂ ਦੀ 39 ਸਾਲ, ਚਾਈਨਾ ਦੀ। ਅਸੀਂ ਔਰ 80 ਕਰੋੜ ਲੋਕ ਜਿਹੜੇ ਹੇਠਾਂ ਨੇ 35 ਸਾਲ ਦੀ ਉਮਰ ਤੋਂ, ਔਰ ਇਹ ਪਾਪੂਲੇਸ਼ਨ ਹੈ ਮੋਰ ਦੈਨ ਦੀ ਪਾਪੂਲੇਸ਼ਨ ਆਫ ਯੂਰਪ। ਜੇ ਇਹ ਪਾਪੂਲੇਸ਼ਨ ਉਸ ਲਈ ਸਕਿੱਲ ਕਰ ਲਿਆ ਜਾਏ ਤੇ ਪੰਜਾਬ ਦੀਆਂ ਸਾਰੀਆਂ ਪ੍ਰੋਬਲਮ ਦਾ ਵੀ ਹੱਦ ਜਿਹੜੀ ਹੈ ਨਾ, ਉਹ ਮੈਂ ਸਮਝਦਾ ਵੀ ਉਹਦਾ ਇੱਕੋ ਹੀ ਸੋਲੂਸ਼ਨ ਹੈ। ਉਹ ਸੋਲੂਸ਼ਨ ਇਹ ਹੈ ਕਿ ਪੰਜਾਬ ਦੇ ਯੂਥ ਨੂੰ ਪੜ੍ਹਾਓ, ਲਿਖਾਓ, ਸਮਝਾਓ ਕਿਸੇ ਤਰੀਕੇ ਨਾਲ, ਤਾਂ ਕਿ ਉਹ ਡਰੱਗਸ ਤੋਂ ਉਹਨਾਂ ਨੂੰ ਵੀਨ ਕੀਤਾ ਜਾਏ, ਤਾਂ ਕਿ ਉਹਨਾਂ ਨੂੰ ਬਾਹਰ ਜਾਣ ਦੇ ਅਟਰੈਕਸ਼ਨ ਜਿਹੜੀ ਉਹ ਖਤਮ ਹੋ ਜਾਏ। ਇੱਥੇ ਉਹਨਾਂ ਵਾਸਤੇ ਹਾਲਾਤ ਇਹੋ ਜਿਹੇ ਪੈਦਾ ਕੀਤੇ ਜਾਣ। ਅੱਜ ਦਾ ਯੂਥ ਮੈਂ ਸਮਝਦਾ ਅਮਨਦੀਪ ਜੀ ਕਿ ਬੜਾ ਬ੍ਰਿਲੀਅੰਟ, ਬੜਾ ਸਮਾਰਟ, ਬੜਾ ਚੁਸਤ ਹੈ। ਤੇ ਅੱਜ ਤੇ ਜ਼ਮਾਨਾ ਵੀ ਉਹ ਹੈ ਕਿ ਇੱਕ ਤੁਹਾਡੇ ਕੋਲ ਲੈਪਟਾਪ ਹੋਏ ਤੇ ਇੱਕ ਸਮਾਰਟਫੋਨ ਹੋਏ ਤੇ ਪੂਰੀ ਦੁਨੀਆ ਮੁੱਠੀ 'ਚ ਕਰ ਸਕਦੇ ਹੋ, ਹੈ ਨਾ। ਤੇ ਜੇ ਅਸੀਂ ਆਪਣੇ ਯੰਗ ਬॉयਜ਼ ਐਂਡ ਗਰਲਜ਼ ਆਫ ਪੰਜਾਬ ਐਂਡ ਆਫ ਇੰਡੀਆ, ਅਸੀਂ ਜੇ ਉਹਨਾਂ ਨੂੰ ਇਹੋ ਜਿਹੇ ਹਾਲਾਤ ਕ੍ਰੀਏਟ ਕਰਕੇ ਦਈਏ ਔਰ ਅਸੀਂ ਉਹਨਾਂ ਨੂੰ ਸਕਿੱਲ ਕਰੀਏ, ਤੇ ਫਿਰ ਕੀ ਵਜ੍ਹਾ ਹੈ ਕਿਉਂ ਬੰਦਾ ਬਾਹਰ ਜਾਏਗਾ? ਕੀ ਵਜ੍ਹਾ ਹੈ ਆਪਣੀ ਜ਼ਿੰਦਗੀ ਨੂੰ ਤਬਾਹ ਕਰੇਗਾ ਡਰੱਗ ਖਾ ਕੇ? ਮੈਨੂੰ ਲੱਗਦਾ ਹੈ ਵੀ ਇਹ ਸ਼ਾਇਦ ਕੁਛ ਇਹੋ ਜਿਹੇ ਅੱਛੀਆਂ ਕਿਤਾਬਾਂ, ਮੈਂ ਤਾਂ ਚਾਹੁੰਦਾ ਕਿ ਜੇ ਕੋਈ ਸੁਣਨ ਵਾਲਾ ਜਾਂ ਦੂਸਰਾ ਕੋਈ ਵੀ ਜਿਹੜਾ ਦੇਖ ਰਿਹਾ ਸਾਡਾ ਪ੍ਰੋਗਰਾਮ, ਜੇ ਕੋਈ ਇਹਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰੇ ਜਾਂ ਇਹਨੂੰ ਹਿੰਦੀ ਵਿੱਚ ਟ੍ਰਾਂਸਲੇਟ ਕਰੇ ਤਾਂ ਕਿ ਇਹਦੀ ਰੀਚ ਜ਼ਿਆਦਾ ਹੋਏ। ਮੈਂ ਕਿਉਂਕਿ ਅੰਗਰੇਜ਼ੀ ਦੇ ਵਿੱਚ ਲਿਖਦਾ ਸਾਂ ਤੇ ਮੈਂ ਲਿਖਿਆ, ਪਰ ਮੈਂ ਸਮਝਦਾ ਕਿਸੇ ਨੂੰ somebody should come forward
ਔਰ ਜੀ। ਉਹ ਕਹੇ ਵੀ ਮੈਂ ਜੀ ਇਹਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨਾ ਜਾਂ ਹਿੰਦੀ 'ਚ ਬਿਲਕੁਲ। ਟ੍ਰਾਂਸਲੇਟ ਕਰਨਾ ਤਾਂ ਕਿ ਹੋਰ ਲੋਕਾਂ ਤੱਕ ਪਹੁੰਚ ਸਕੇ। ਬਿਲਕੁਲ ਆਈਡੀਆ ਤੇ ਇਹ ਨਾ। ਤੇ ਦੂਜਾ ਮੇਰੀ ਅਪੀਲ ਹੈ ਯੂਥ ਨੂੰ ਕਿ ਵੀ ਪੜ੍ਹੋ ਲਿਖੋ, ਇਹੀ ਨਹੀਂ ਇਹ ਕਿਤਾਬ ਤਾਂ ਪੜ੍ਹੋ ਹੀ, ਜੀ। ਪਰ ਹੋਰ ਵੀ ਪੜ੍ਹਨਾ ਲਿਖਣਾ ਜਿਹੜਾ ਉਹ ਤੁਹਾਨੂੰ ਇਨਸਾਨ ਬਣਾਉਣ ਦੇ ਵਿੱਚ, ਅੱਛੇ ਇਨਸਾਨ ਬਣਾਉਣ ਦੇ ਵਿੱਚ ਜੀ। ਬੜੀ ਮਦਦ ਕਰਦੇ। ਸਾਰਿਆਂ ਨਾਲੋਂ ਮੁਸ਼ਕਲ ਕੰਮ ਹੈ ਅੱਛੇ ਇਨਸਾਨ ਬਣਨਾ। ਬਿਲਕੁਲ ਅੱਛਾ ਇਨਸਾਨ ਬਣਨ ਵਾਸਤੇ ਪੜ੍ਹਨਾ ਲਿਖਣਾ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ। ਜੀ। ਦੁਨੀਆ ਨੂੰ ਜਾਣਨਾ ਬੜਾ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਸਰ। ਅੱਜ ਦੇ ਇਸ ਐਪੀਸੋਡ 'ਚ ਅਸੀਂ ਕਾਫੀ ਚੀਜ਼ਾਂ ਉਹ ਸਿੱਖੀਆਂ ਜਿਹੜੀਆਂ ਅਸੀਂ ਆਮ ਗੱਲਾਂ ਕਰਦੇ ਨਹੀਂ ਜਿਹਦੇ ਬਾਰੇ, ਤੇ ਉਮੀਦ ਹੈ ਕਿ ਸਾਡੇ ਵਿਊਅਰਸ ਨੇ ਵੀ ਬਹੁਤ ਕੁਝ ਥੈਂਕ ਸਿੱਖਿਆ। ਯੂ ਅਮਰਦੀਪ ਬਹੁਤ ਬਹੁਤ ਜੀ। ਧੰਨਵਾਦ ਸਰ। ਇਸੇ ਤਰੀਕੇ ਨਾਲ ਇੰਪੋਰਟੈਂਟ ਚਿੱਠੀਆਂ ਲੈ ਕੇ ਆਉਂਦੇ ਰਵਾਂਗੇ। ਮੈਂ ਅਮਨਦੀਪ ਲੈ ਕੇ ਆਉਂਗਾ ਡਾਕ। ਤੁਸੀਂ ਜੁੜੇ ਰਹੋ ਸਾਡੇ ਨਾਲ। ਸਤਿ ਸ਼੍ਰੀ ਅਕਾਲ।